ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਇੰਨੀ ਦਿਨੀ ਚਰਚਾ ਦੇ ਵਿੱਚ ਹੈ। ਲੰਮੇ ਸਮਿਆਂ ਤੋਂ ਸਿੱਖ ਸਿਆਸੀ ਕੈਦੀ ਜੇਲ੍ਹਾਂ ਦੇ ਵਿੱਚ ਨੇ। ਰਿਹਾਈ ਦੇ ਲਈ ਵੱਖ-ਵੱਖ ਯਤਨ ਹੋਏ ਨੇ। ਸਿੱਖ ਸੰਗਤ ਦੇ ਪੱਧਰ 'ਤੇ ਯਤਨ ਹੁੰਦੇ ਨੇ, ਵਕੀਲਾਂ ਦੇ ਪੱਧਰ 'ਤੇ ਯਤਨ ਹੁੰਦੇ ਨੇ, ਲੇਕਿਨ ਕਾਮਯਾਬੀ ਜਿਸ ਪੱਧਰ ਤੱਕ ਮਿਲਣੀ ਚਾਹੀਦੀ ਹੈ ਉਹ ਨਹੀਂ ਮਿਲਦੀ। ਸਮੱਸਿਆ ਕਿੱਥੇ ਆ? ਸਮੱਸਿਆ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਸਾਡੇ ਨਾਲ ਬੰਦੀ ਸਿੰਘਾਂ ਦੇ ਵਕੀਲ ਭਾਈ ਜਸਪਾਲ ਸਿੰਘ ਮੰਝਪੁਰ ਨੇ। ਭਾਈ ਸਾਹਿਬ ਜੀ, ਸਵਾਗਤ ਕਰਦੇ ਹਾਂ ਜੀ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਫਤਿਹ। ਕੀ ਫਤਿਹ। ਹਾਲਾਂਕਿ ਇਹ ਲਿਸਟ ਬੜੀ ਲੰਮੀ ਹੋਣੀ ਹੈ ਜੀ ਬੰਦੀ ਸਿੰਘਾਂ ਦੀ, ਲੇਕਿਨ ਮੁੱਖ ਤੌਰ 'ਤੇ ਜੇਕਰ ਗੱਲ ਕਰੀਏ ਤਾਂ ਜਿਹੜੇ ਸਿੱਖ ਸਿਆਸੀ ਕੈਦੀ ਨੇ, ਚਾਹੇ ਉਹ ਉਮਰ ਕੈਦ ਦੀ ਸਜ਼ਾ ਭੋਗ ਰਹੇ ਨੇ, ਚਾਹੇ ਉਹਨਾਂ ਨੂੰ ਜਿਹੜੀ ਡੈਥ ਸੈਂਟੈਂਸ ਹੈ ਉਹ ਸੁਣਾਈ ਹੋਈ ਹੈ, ਉਹ ਸੂਚੀ ਜੇਕਰ ਤੁਸੀਂ ਸੰਗਤ ਦੇ ਨਾਲ ਸਾਂਝੀ ਕਰ ਸਕੋ ਤਾਂ ਮੁੱਖ ਤੌਰ 'ਤੇ ਸਿਆਸੀ ਕੈਦੀਆਂ 'ਚੋਂ ਕਿਹੜੇ-ਕਿਹੜੇ ਨਾਮ ਨੇ? ਦੇਖੋ, ਜਿਹੜੀ ਤਾਂ ਤਿੰਨ ਤਰ੍ਹਾਂ ਦੇ ਕਹਿ ਸਕਦੇ ਆ ਤੁਸੀਂ ਬੰਦੀ ਹੁੰਦੇ ਆ। ਇੱਕ ਤਾਂ ਅੰਡਰ ਟ੍ਰਾਇਲ ਆ, ਜਿਨ੍ਹਾਂ ਦੇ ਕੇਸ ਪੈਂਡਿੰਗ ਆ ਜੀ। ਇੱਕ ਜਿਨ੍ਹਾਂ ਨੂੰ ਕੋਈ ਨਿਸ਼ਚਿਤ ਸਜ਼ਾ ਹੋਈ ਆ 5 ਸਾਲ 10 ਸਾਲ, ਉਹ ਆ। ਇੱਕ ਉਮਰ ਕੈਦੀ, ਜਿਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਜਾਂ ਫਾਂਸੀ ਦੀ ਸਜ਼ਾ, ਜਿਨ੍ਹਾਂ 'ਚੋਂ ਭਾਈ ਬਲਵੰਤ ਸਿੰਘ ਰਾਜੋਆਣਾ ਹੀ ਆ ਇਕੱਲੇ, ਉਹਨਾਂ ਦੀ ਵੀ ਫਾਂਸੀ ਦੇ ਸਟੇ ਆ ਤੇ ਤੋੜਨ ਵਾਸਤੇ ਅੱਗੇ ਕਾਰਵਾਈ ਚੱਲਦੀ ਹੈ। ਸੋ ਮੇਨ ਜਿਹੜਾ ਮਸਲਾ ਹੈਗਾ ਉਹਨਾਂ ਦੀ ਰਿਹਾਈ ਦਾ, ਜੇ ਕਹਿ ਸਕਦੇ ਹੋ ਵੀ ਪੰਗਾ ਪੈਂਦਾ, ਉਹ ਉਮਰ ਕੈਦੀ ਦਾ ਪੈਂਦਾ। ਜਿਹੜਾ ਤਾਂ ਅੰਡਰ ਟ੍ਰਾਇਲ ਆ, ਹੋ ਸਕਦਾ ਕੋਰਟ ਵੱਲੋਂ ਬਰੀ ਹੋ ਜਾਵੇ, ਜ਼ਮਾਨਤ ਹੋ ਜਾਵੇ, ਜਾਂ ਘੱਟ ਸਜ਼ਾ ਵਾਲੇ ਦੀ ਜਿੱਦਣ ਸਜ਼ਾ ਪੂਰੀ ਹੋਣੀ ਆ ਉਦੋਂ ਜੇਲ੍ਹ ਸੁਪਰਡੈਂਟ ਨੇ ਛੱਡ ਦੇਣਾ। ਕਿਸੇ ਨੂੰ ਦੱਸਣ ਕਹਿਣ ਪੁੱਛਣ ਦੀ ਲੋੜ ਨਹੀਂ ਪੈਂਦੀ। ਹਾਂ, ਉਹਨੂੰ ਕੋਈ ਮਾਫੀ ਮਿਲ ਜਾਵੇ ਤਾਂ ਪਹਿਲਾਂ ਛੁੱਟ ਸਕਦਾ। ਇੱਕ ਮਿੰਟ ਵੀ ਜਿਹੜਾ ਜੇਲ੍ਹ ਸੁਪਰਡੈਂਟ ਕਿਸੇ ਨੂੰ ਸਜ਼ਾ ਨਿਸ਼ਚਿਤ ਹੋਈ ਆ ਉਹ ਵੱਧ ਨਹੀਂ ਰੱਖ ਸਕਦਾ। ਉਮਰ ਕੈਦੀ ਦਾ ਜਿਹੜਾ ਹੈਗਾ ਵੀ ਇੱਕ ਡਿਸੀਜਨ, ਜਿਹੜਾ ਐਗਜ਼ੈਕਟਿਵ ਡਿਸੀਜਨ ਲੈਣਾ ਹੁੰਦਾ ਆ, ਤੇ ਉਹਦਾ ਜਿਹੜਾ ਫੈਸਲਾ ਐਗਜ਼ੈਕਟਿਵ ਕਦੋਂ ਲੈਂਦੀ ਹੈ ਡਿਸੀਜਨ, ਜਿਵੇਂ ਇੱਥੇ ਇੰਡੀਆ 'ਚ ਪਾਰਲੀਮੈਂਟੇਰੀਅਨ ਸਿਸਟਮ ਹੈਗਾ, ਇੱਥੇ ਆਮ ਹੀ ਇੱਕ ਕੋਈ ਬਿੱਲ ਬਣਦਾ ਤੇ ਉਹਨੂੰ ਕਿੰਨਾ ਲੰਮਾ ਸਮਾਂ ਲੱਗ ਜਾਂਦਾ, ਡਿਲੇ ਹੋ ਜਾਂਦੀ ਆ। ਇਸੇ ਤਰ੍ਹਾਂ ਇਹ ਐਗਜ਼ੈਕਟਿਵ ਡਿਸੀਜਨ ਹੈਗਾ, ਇਹ ਵੀ ਲੈਂਦੇ ਕਈ ਵਾਰ ਟਾਈਮ ਲੱਗ ਜਾਂਦੇ। ਕਈ ਵਾਰ ਉਹਨਾਂ ਦੇ ਵਿੱਚ ਸਿਆਸੀ ਹਿੱਤ ਹੁੰਦੇ ਆ, ਉਹ ਨਹੀਂ ਲੈਣ ਦਿੰਦੇ। ਕਈ ਵਾਰ ਕਿਸੇ ਦੇ ਨਿੱਜੀ ਹਿੱਤ ਹੁੰਦੇ ਆ, ਉਹ ਨਹੀਂ ਲੈਣਾ ਚਾਹੁੰਦਾ। ਜਾਂ ਵੋਟ ਰਾਜਨੀਤੀ ਖਾਸ ਤੌਰ 'ਤੇ ਭਾਰੂ ਹੁੰਦੀ ਵੀ ਜੇ ਫਲਾਨਾ ਬੰਦਾ ਛੱਡਤਾ ਤੇ ਉਹਦਾ ਕੋਈ ਬੈਡ ਇਫੈਕਟ ਨਾ ਪਵੇ। ਮੰਨ ਲਓ ਨੋਰਮਲ ਇੱਕ ਉਮਰ ਕੈਦੀ ਛੱਡਣਾ, ਤੇ ਜਿਹੜੇ ਕਤਲ ਦੇ ਕੇਸ ਦੇ ਵਿੱਚ ਹੈਗਾ, ਐਟੋਮੈਟਿਕਲੀ ਜਿਨ੍ਹਾਂ ਦਾ ਵਿਰੋਧੀ ਧਿਰ ਦਾ ਕਤਲ ਕੀਤਾ ਹੋਇਆ ਉਹਨਾਂ ਨੂੰ ਜ਼ਰੂਰ ਇਤਰਾਜ਼ ਆ ਜਾਂਦਾ ਵੀ ਦੇਖੋ ਜੀ, ਸਾਡੇ ਨੇ ਜੀ ਦਾ ਜਾਂ ਸਾਡੇ ਬੰਦੇ ਦਾ ਜਾਂ ਸਾਡੇ ਧੜੇ ਦਾ ਕਤਲ ਕੀਤਾ ਸੀ, ਤੇ ਜੇ ਇਹਨੂੰ ਛੱਡ ਦਿਓ ਤੇ ਅਸੀਂ ਤੁਹਾਡੇ ਨਾਲ ਨਹੀਂ, ਸਰਕਾਰ ਦੇ ਬਰਖਲਾਫ ਹੈ। ਸੋ ਇਹ ਗੱਲਾਂ ਸਾਰੀਆਂ ਜਿਹੜੀਆਂ ਮੈਟਰ ਕਰਦੀਆਂ, ਪਰ ਕਿਉਂਕਿ ਰੂਲਸ ਬਣੇ ਹੋਏ ਆ, ਲਾ ਬਣਿਆ ਹੋਇਆ ਵੀ ਕਿਸੇ ਨੂੰ ਕਿੰਨਾ ਚਿਰ ਰੱਖਣਾ ਜਾਂ ਕਿਸੇ ਨੂੰ ਕੀ ਰਿਲੀਫ ਦੇਣਾ ਹੈਗਾ, ਇਨਡੈਫੀਨੇਟ ਤਾਂ ਹੈ ਨਹੀਂ ਕੁਛ ਵੀ। ਜੇ ਬੰਦੇ ਦਾ ਜਿਹੜਾ ਇੰਡੀਅਨ ਜੁਡੀਸ਼ੀਅਲ ਸਿਸਟਮ ਹੈਗਾ, ਜਿਹੜਾ ਜੇਲ੍ਹ ਦਾ ਹੈਗਾ, ਉਹ ਸੁਧਾਰਵਾਦੀ ਆ ਵੀ ਬੰਦੇ ਦਾ ਤੁਸੀਂ ਜੇ ਉਹਨੇ ਕੋਈ ਕ੍ਰਾਈਮ ਕੀਤਾ ਹੈਗਾ, ਜੇ ਉਹਨੇ ਸਜ਼ਾ ਭੁਗਤ ਲਈ ਹੈਗੀ ਤੇ ਉਹਦਾ ਆਚਰਣ ਸਹੀ ਆ, ਉਹ ਜੇਲ੍ਹ ਅਫੈਂਸ ਨਹੀਂ ਕਰਦਾ, ਉਹ ਮੰਨ ਲਓ ਉਹਨੂੰ ਪਰੋਲ ਵੀ ਮਿਲਦੀ ਆ, ਜੇ ਪਰੋਲ ਆ ਜਾਂਦਾ ਹੈਗਾ ਤਾਂ ਉਹ ਫਿਰ ਵਾਪਸ ਚਲਿਆ ਜਾਂਦਾ ਆਪਣੀ ਦੁਬਾਰੇ ਜੇਲ੍ਹ ਕੱਟਣ ਵਾਸਤੇ, ਫਿਰ ਪਰੋਲ ਆ ਜਾਂਦਾ, ਫਿਰ ਚਲਿਆ ਜਾਂਦਾ, ਫਿਰ ਉਹਨੂੰ ਫਰਲੋ ਮਿਲ ਜਾਂਦੀ ਹੈਗੀ ਆ, ਜਾਂ ਫਿਰ ਉਹਦਾ ਜੇਲ੍ਹ ਦੇ ਵਿੱਚ ਵਿਹਾਰ ਚੰਗਾ ਹੈਗਾ, ਉਹਦੀ ਪੰਚਾਇਤ ਉਹਦੀ ਸਪੋਰਟ ਕਰਦੀ ਆ, ਤੇ ਉਹਦਾ ਇੱਕ ਲੰਮਾ ਸਮਾਂ ਐਸਾ ਬੀਤਦਾ ਜੇ 'ਚ ਉਹਦਾ ਚੰਗਾ ਆਚਰਣ ਹੁੰਦਾ, ਤਾਂ ਫਿਰ ਉਹ ਜਿਹੜੀਆਂ ਐਲੀਜੀਬਿਲਟੀਜ਼ ਰੱਖੀਆਂ ਹੋਈਆਂ ਸਰਕਾਰ ਨੇ ਉਹ ਵੀ ਕੈਟਾਗਰਾਈਜ਼ ਆ ਵੀ ਕਿਸ ਤਰ੍ਹਾਂ ਦਾ ਕਤਲ ਹੈਗਾ। ਜੇ ਇੱਕ ਨੋਰਮਲ ਕਤਲ ਆ ਤਾਂ ਫਿਰ ਉਹ ਪੰਜਾਬ ਦੇ ਵਿੱਚ ਤੁਸੀਂ ਮੰਨ ਲਓ ਵੀ ਇੱਕ ਉਮਰ ਕੈਦੀ ਜਿਹੜਾ 9.5 ਸਾਲ ਬਾਅਦ ਰਿਹਾਈ ਦਾ ਹੱਕ ਰੱਖਦਾ, ਹਾਂ ਉਹਨੂੰ ਹੱਕ ਮਿਲੇ ਨਾ ਮਿਲੇ, ਹੋ ਸਕਦਾ 6 ਮਹੀਨੇ 'ਚ ਮਿਲ ਜਾਵੇ, ਹੋ ਸਕਦਾ 2 ਸਾਲ 'ਚ ਮਿਲੇ, ਤਾਂ ਉਹ ਐਲੀਜੀਬਲ ਹੋ ਜਾਂਦਾ ਰਿਹਾਈ ਵਾਸਤੇ। ਜੇ ਟਾਡਾ ਦੇ ਕੈਦੀ ਸੀ, ਜਿਵੇਂ ਉਹਨਾਂ ਨੂੰ 14+6 ਦਾ ਹੁੰਦਾ ਸੀ ਵੀ 14 ਸਾਲ ਠੋਸ ਸਜ਼ਾ ਕੱਟੇ ਤੇ 6 ਸਾਲ ਉਹਨੂੰ ਮਾਫੀਆਂ ਜਾਂ ਰਮਿਸ਼ਨ ਜਿਹੜੀਆਂ ਰੈਗੂਲਰ ਸਾਲਾਨਾ ਵੀ ਆ ਜਾਂਦੀਆਂ, ਕਿਸੇ ਵਿਸ਼ੇਸ਼ ਦਿਨ ਤਿਉਹਾਰ ਦੇ ਮੱਦੇਨਜ਼ਰ ਵੀ ਦਿੱਤੀਆਂ ਜਾਂਦੀਆਂ ਕੈਦੀਆਂ ਨੂੰ, ਤਾਂ ਫਿਰ 14+6 ਇਨ ਟੋਟਲ 20 ਸਾਲ ਕੱਟ ਲਵੇ ਤਾਂ ਫਿਰ ਉਹ ਰਿਹਾਈ ਦਾ ਜਿਹੜਾ ਹੱਕਦਾਰ ਬਣ ਜਾਂਦਾ। ਵੱਧ ਤੋਂ ਵੱਧ ਜਿਹੜੀ ਨੈਸ਼ਨਲ ਹਿਊਮਨ ਰਾਈਟ ਕਮਿਸ਼ਨ ਦੀਆਂ ਗਾਈਡਲਾਈਨਸ ਹੈਗੀਆਂ, ਉਹ ਕਹਿੰਦੀਆਂ ਹੈਗੀਆਂ ਵੀ ਹੀਨੀਅਸ ਤੋਂ ਹੀਨੀਅਸ ਕ੍ਰਾਈਮ ਵੀ ਹੈਗਾ, ਜਿਹੜਾ ਕਹਿ ਸਕਦੇ ਵੀ ਬਹੁਤ ਕਰੂਰ ਆ ਤੇ ਉਹਨੂੰ ਉਮਰ ਕੈਦ ਦੀ ਸਜ਼ਾ ਹੋਈ ਆ, 25 ਸਾਲ ਠੋਸ ਕੱਟਣ ਤੋਂ ਬਾਅਦ ਉਹ ਐਲੀਜੀਬਲ ਆ ਆਪਣੀ ਜਿਹੜੀ ਪ੍ਰੀਮੈਚੁਰ ਰਿਲੀਜ਼ ਜਿਹੜੀ ਆ ਵਿਚਾਰੇ ਜਾਣ ਲਈ। ਸੋ ਵਿਚਾਰ ਕੇ ਉਹਨੂੰ ਰਿਜੈਕਟ ਕਰਦੇ ਜਾਂ ਐਕਸੈਪਟ ਕਰਦੇ ਆ, ਉਹ ਅਗਲੀ ਗੱਲ ਆ। ਸੋ ਵਿਚਾਰਿਆ ਜਾਣਾ ਆਪਣੇ ਆਪ ਦੇ ਵਿੱਚ ਵੀ ਉਹਦਾ ਹੱਕ ਬਣ ਗਿਆ ਤੇ ਉਹਨੂੰ ਹੱਕ ਦਿੱਤਾ ਗਿਆ, ਤੇ ਉਹ ਕੰਕਲੂਡ ਉਹਦੇ ਫੇਵਰ 'ਚ ਹੋਇਆ ਜਾਂ ਉਹਦੇ ਅਗੇਂਸਟ ਹੋਇਆ, ਉਹ ਅਗਲੀ ਗੱਲ ਆ। ਜੇ ਫੇਵਰ 'ਚ ਹੋ ਗਿਆ ਫਿਰ ਠੀਕ ਆ, ਜੇ ਉਹਦੇ ਅਗੇਂਸਟ ਹੋਇਆ ਤਾਂ ਫਿਰ ਕਿਹੜੀਆਂ ਗਰਾਊਂਡਸ 'ਤੇ ਉਹਨੂੰ ਜਿਹੜਾ ਕਹਿ ਸਕਦੇ ਹੋ ਤੁਸੀਂ ਵੀ ਉਹਦੀ ਰਿਜੈਕਟ ਕੀਤੀ ਗਈ ਰਿਲੀਜ਼, ਫਿਰ ਉਹ ਗਰਾਊਂਡਸ ਚੈਲੰਜ ਹੁੰਦੀਆਂ ਕੋਰਟ ਦੇ ਵਿੱਚ, ਹਾਈ ਕੋਰਟ ਹੋਣ ਜਾਂ ਸੁਪਰੀਮ ਕੋਰਟ ਦੇ ਵਿੱਚ ਫਰਦਰ ਹੁੰਦੀਆਂ
ਵੀ ਦੇਖੋ ਜੀ ਇਹਨਾਂ ਨੇ ਆਹ ਰੂਲਸ ਬਣਾਈਆਂ ਸੀ ਵੀ 25 ਸਾਲ ਬਾਅਦ ਹੀਨਸ ਕ੍ਰਾਈਮ ਵਾਲੇ ਨੂੰ ਛੱਡਿਆ ਜਾਊਗਾ, ਤੇ ਇਹ ਐਲੀਜੀਬਿਲਟੀ ਵਾਲੇ ਇਸ ਤੋਂ ਪਹਿਲਾਂ ਇੰਨੇ ਬੰਦੇ ਛੱਡਤੇ ਆ ਵੀ ਜਿਹੜੀਆਂ ਐਲੀਜੀਬਿਲਟੀ ਹੈਗੀਆਂ, ਮੰਨ ਲਓ ਵੀ ਪਰੋਲ ਆ ਰਿਹਾ ਹੋਇਆ ਬੰਦਾ, ਜੇਲ੍ਹ offense ਹੈ ਨਹੀਂਗਾ, ਉਹਦੀ ਪੰਚਾਇਤ ਉਹਦੀ ਸਪੋਰਟ ਕਰਦੀ ਆ, ਉਹਦੀ ਆਰਥਿਕ ਦਸ਼ਾ ਵੀ ਹੈ ਨਹੀਂ, ਪਰਿਵਾਰਕ ਹਾਲਤ ਵੀ ਉਹ ਆ ਹਨਾ ਮਾੜੀ ਆ। ਸੋ ਉਹ ਸਾਰੀਆਂ ਗੱਲਾਂ ਨੂੰ ਜੇ ਬਾਕੀ ਕਿਸੇ ਨੂੰ ਮਿਲੀ ਹੋਈ ਆ ਰਿਹਾਈ, ਤਾਂ ਉਹ ਵੀ ਫਿਰ ਹੱਕਦਾਰ ਹੋ ਜਾਂਦਾ। ਫਿਰ ਉਹਦੀ ਗਰਾਊਂਡ ਦੇ ਉੱਤੇ ਜੇ ਸਰਕਾਰ ਐਗਜ਼ੈਕਟਿਵ ਡਿਸੀਜਨ ਨਹੀਂ ਲੈਂਦੀ, ਜਿਵੇਂ ਕਿ ਹੁਣ ਬੰਦੀ ਸਿੰਘਾਂ ਨਹੀਂ ਲੈ ਸਕਦੀ, ਤਾਂ ਫਿਰ ਕੋਰਟ ਉਹਨੂੰ ਕਹਿ ਸਕਦੀ ਹੈ ਵੀ ਤੁਸੀਂ ਸਿਆਸੀ ਹਿੱਤਾਂ ਦੇ ਕਰਕੇ ਜਿਹੜੀ ਆ, ਕਿਉਂਕਿ ਰੂਲਸ ਐਗਜ਼ੈਕਟਿਵ ਨੇ ਬਣਾਏ ਹੋਏ ਆ ਵੀ ਜਿਹੜਾ ਕੈਦੀ ਆ ਐਲੀਜੀਬਲ ਹੋਊਗਾ ਉਹਨੂੰ ਛੱਡ ਦਿੱਤਾ ਜਾਊਗਾ, ਤੇ ਜੇ ਉਹ ਨਹੀਂ ਛੱਡਦੇ ਤੇ ਦਾ ਮਤਲਬ ਉਹਨਾਂ ਦੀ ਜਿਹੜੀ ਆ ਮਨਸ਼ਾ ਸਹੀ ਨਹੀਂ ਹੈਗੀ, ਜਿਵੇਂ ਬੰਦੀ ਸਿੰਘਾਂ ਦੇ ਸੰਬੰਧ 'ਚ ਹੈਗੀ ਆ। ਸੋ ਉਮਰ ਕੈਦੀ ਦੀ ਰਿਹਾਈ ਜਿਹੜੀ ਆ ਇੱਕ ਐਗਜ਼ੈਕਟਿਵ ਡਿਸੀਜਨ ਆ। ਹਾਂ, ਭਾਵੇਂ ਕੋਰਟ ਨੇ ਫੈਸਲਾ ਉਹਨਾਂ ਦੇ ਖਿਲਾਫ ਦਿੱਤਾ ਹੈਗਾ, ਜਿਵੇਂ ਹੁਣ ਤੁਸੀਂ ਮੰਨ ਲਓ ਕਿਸੇ ਨੂੰ ਫਾਂਸੀ ਦੀ ਸਜ਼ਾ ਆ, ਤੇ ਫਾਂਸੀ ਦੀ ਸਜ਼ਾ ਦੇ ਵਿਰੁੱਧ ਰਾਸ਼ਟਰਪਤੀ ਕੋ ਹੱਕ ਹੈਗਾ, ਰਾਸ਼ਟਰਪਤੀ ਸਿੱਧਾ ਤਾਂ ਕੰਮ ਕਰਦਾ ਨਹੀਂ, ਉਹ ਯੂਨੀਅਨ ਹੋਮ ਮਿਨਿਸਟਰੀ ਦੇ ਜੋ ਰਿਕਮੈਂਡ ਕਰਤਾ, ਤੇ ਜੇ ਫਾਂਸੀ ਦੀ ਸਜ਼ਾ ਤੋੜ ਸਕਦਾ ਰਾਸ਼ਟਰਪਤੀ, ਤਾਂ ਉਹਦੇ ਕੋਲ ਕੱਲੀ ਫਾਂਸੀ ਦੀ ਸਜ਼ਾ ਤੋੜਨ ਦੀ ਨਹੀਂ ਹੈਗੀ, ਉਹਨੂੰ ਸਜ਼ਾ ਘਟਾਉਣ ਦੀ ਵੀ ਜਿਹੜੀ ਪਾਵਰ ਹੈਗੀ ਆ, ਸਜ਼ਾ ਬਿਲਕੁਲ ਮਾਫ ਕਰਨ ਦੀ ਹੈਗੀ ਆ, ਜਾਂ ਛੋਟ ਦੇਣ ਦੀ ਹੈ। ਮੰਨ ਲਓ ਕਿਸੇ ਦੀ ਫਾਂਸੀ ਟੁੱਟ ਗਈ, ਉਮਰ ਕੈਦ ਰਹਿ ਗਈ, ਫਿਰ ਉਮਰ ਕੈਦ ਵਾਸਤੇ ਜਿਹੜਾ ਰਾਸ਼ਟਰਪਤੀ ਇਹ ਜਿਹੜੀਆਂ ਪਾਵਰਾਂ ਵਰਤਦਾ ਹੈਗਾ, ਇਹ ਆਰਟੀਕਲ 72 ਜਿਹੜਾ ਕੌਨਸਟੀਟਿਊਸ਼ਨ ਉਹਦੇ 'ਚ ਆ। ਜਿਹੜੇ ਸੰਬੰਧਿਤ ਗਵਰਨਰ ਆ ਉਹ 161 ਆਰਟੀਕਲ 'ਚ ਵਰਤਦੇ ਆ, ਤੇ ਜਿਹੜੀ ਐਗਜ਼ੈਕਟਿਵ ਆ ਉਹ 432 435 CRPC ਦੇ ਵਿੱਚ ਹੈਗਾ। ਹੁਣ ਮੰਨ ਲਓ ਗਵਰਨਰ ਕਿਸੇ ਨੂੰ ਉਮਰ ਕੈਦ ਤੋਂ ਪਾਰਡਨ ਵੀ ਕਰ ਸਕਦਾ, ਤੇ ਕਿਸੇ ਦੀ ਸਜ਼ਾ ਵੀ ਕਰ ਸਕਦਾ ਵੀ ਠੀਕ ਆ ਬਈ ਇਹਨੂੰ ਉਮਰ ਕੈਦ ਹੋਈ ਸੀ, ਪਰ ਇਹਨੂੰ 20 ਸਾਲ ਤੋਂ ਬਾਅਦ ਛੱਡ ਦਿਓ। ਉਹਦੀ ਫਿਰ ਸਰਟਨ ਕਰਤੀ, ਫਿਰ 20 ਸਾਲ ਜੇ ਉਹਦੀ ਕਰ ਦਿੰਦਾ, ਫਿਰ ਉਹਨੂੰ ਜੇਲ੍ਹ ਸੁਪਰਡੈਂਟ ਛੱਡ ਦੂਗਾ, ਜਾਂ ਉਹਦੀ ਪੂਰੀ ਵੀ ਮਾਫ ਕਰਦਾ ਵੀ ਠੀਕ ਆ ਬਈ ਜਿੰਨੀ ਕੱਟੀ ਇਹਨੇ 5 ਸਾਲ ਕੱਟੇ 10 ਸਾਲ ਕੱਟੇ, ਇਹਨੂੰ ਛੱਡੋ ਇਹਦਾ ਖਹਿੜਾ। ਇੱਥੇ ਨਾ ਇੱਕ ਸਵਾਲ ਹੈ ਜੀ, ਆਪਾਂ ਕਿਉਂਕਿ ਐਗਜ਼ੈਕਟਿਵ ਡਿਸੀਜਨ ਦੀ ਗੱਲ ਕਰਦੇ ਸੀ, ਜਿਹੜੇ ਐਲੀਜੀਬਿਲਿਟੀਜ਼ ਪੂਰੀਆਂ ਕਰਦੇ ਨੇ ਉਹਨਾਂ ਦਾ ਜੇਲ੍ਹ ਕੰਡਕਟ ਚੰਗਾ ਹੈਗਾ, ਉਹ ਪੈਰੋਲ ਤੇ ਆਇਆ ਹੋਣਾ ਚਾਹੀਦਾ। ਸਿੱਖ ਸਿਆਸੀ ਕੈਦੀਆਂ ਦੇ ਵਿੱਚ ਇੱਦਾਂ ਦੇ ਕੋਈ ਨਾਮ ਹਨ ਜਿਹੜੇ ਐਲੀਜੀਬਿਲਿਟੀਜ਼ ਵੀ ਪੂਰੀਆਂ ਕਰਦੇ ਹੋਣ, ਲੇਕਿਨ ਉਹਨਾਂ ਨੂੰ ਜਿਹੜੀ ਰਿਹਾਈ ਆ ਉਹ ਨਹੀਂ ਦਿੱਤੀ ਗਈ, ਤੇ ਜੇਕਰ ਨਹੀਂ ਦਿੱਤੀ ਗਈ ਨਾਲ ਹੀ ਉਹ ਕਿਹਦੇ ਵੱਲੋਂ ਨਹੀਂ ਦਿੱਤੀ ਗਈ ਤੇ ਕਾਰਨ ਵੀ ਦੱਸ ਦੇਣਾ। ਉਹਦੇ 'ਚ ਦੇਖੋ ਕੇਸ ਟੂ ਕੇਸ ਜਿਹੜੀ ਆ ਇਹ 'ਤੇ ਗੱਲ ਕਰ ਸਕਦੇ ਆਪਾਂ, ਜਿਵੇਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦਾ ਹੈਗਾ, ਉਹਨਾਂ ਦੀ ਜੇਲ੍ਹ ਰਿਪੋਰਟ ਵੀ ਉਹਨਾਂ ਦੀ ਫੇਵਰ 'ਚ ਆ, ਉਹ ਲਗਭਗ 8-9 ਸਾਲ ਤੋਂ ਪਰੋਲ ਵੀ ਆ ਰਹੇ ਹੈਗੇ ਆ, ਉਹ ਮੈਡੀਕਲੀ ਇੱਕ ਜਿਹੜਾ ਠੀਕ ਨਹੀਂ ਹੈਗੇ, ਉਹ 2010 ਤੋਂ ਲੈ ਕੇ ਹੁਣ ਤੱਕ ਪਹਿਲਾਂ ਦਿੱਲੀ ਤੇ ਹੁਣ ਅੰਮ੍ਰਿਤਸਰ ਜੇਲ੍ਹ 'ਚ ਹੀ ਜਿਹੜਾ ਹਸਪਤਾਲ ਬਣਿਆ ਹੋਇਆ, ਜਿਹੜਾ ਨੋਟੀਫਾਈਡ ਜੁਡੀਸ਼ੀਅਲ ਕਸਟਡੀ ਕਹਿ ਦਿੰਦੇ ਆ, ਉਹ ਹਸਪਤਾਲ ਦੇ ਵਿੱਚ ਹੀ ਰੱਖਿਆ ਜਾਂਦਾ ਉਹਨਾਂ ਨੂੰ, ਜੇਲ੍ਹ ਦੇ ਵਿੱਚ ਆਮ ਕੈਦੀਆਂ ਦਾ ਨਹੀਂ ਰੱਖਿਆ ਜਾਂਦਾ। ਉਹ ਪਰੋਲ ਵੀ ਆ ਰਹੇ, ਉਹਨਾਂ ਦੇ ਥਾਣੇ ਦੀ ਰਿਪੋਰਟ ਜਿਹੜੀ ਪਰੋਲ ਦੀ ਉਹਨਾਂ ਦੀ ਫੇਵਰ ਆ, ਉਹਨਾਂ ਦਾ ਕੋਈ ਜੇਲ੍ਹ offense ਨਹੀਂ ਹੈਗਾ। ਸੋ ਉਹਨਾਂ ਦੀ ਪੰਜਾਬ ਸਰਕਾਰ ਨੇ ਰਿਕਮੈਂਡ ਕੀਤੀ, ਉਹਨਾਂ ਦੀ ਕੰਪੀਟੈਂਟ ਜਿਹੜੀ ਗੌਰਮੈਂਟ ਉਹ NCT ਦਿੱਲੀ ਕੇਜਰੀਵਾਲ ਸਰਕਾਰ ਹੈਗੀ ਆ, ਪੰਜਾਬ ਸਰਕਾਰ ਨੇ ਰਿਕਮੈਂਡ ਕਰਕੇ ਭੇਜੀ ਹੋਈ ਆ। ਸੋ ਸੈਂਟੈਂਸ ਰਿਵਿਊ ਬੋਰਡ ਨੇ 2 ਮਾਰਚ ਨੂੰ 2022 ਨੂੰ ਡੈਫਰ ਕਰਤੀ ਸੀ ਉਹਨਾਂ ਦੀ ਰਿਹਾਈ ਦਾ ਫੈਸਲਾ। ਫਿਰ ਉਹਨਾਂ ਨੇ ਨਹੀਂ ਕੀਤਾ, ਤੇ ਅਸੀਂ ਹਾਈ ਕੋਰਟ ਗਏ, ਇੱਥੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ, ਫਿਰ ਦਿੱਲੀ ਸਰਕਾਰ ਉੱਥੇ ਪੇਸ਼ ਨਹੀਂ ਹੋਈ 2-3 ਪੇਸ਼ੀਆਂ ਤੇ, ਫਿਰ ਅਸੀਂ ਉੱਥੇ ਦਸਤੀ ਸੰਮਨ ਲੈ ਕੇ ਅਸੀਂ ਥਰੂ CMM ਦਿੱਲੀ ਸਰਕਾਰ ਨੂੰ ਸੰਮਨ ਤਮੀਲ ਕਰਾਏ, ਫਿਰ ਉਹ ਪੇਸ਼ ਹੋਏ। ਫਿਰ ਉਹਨਾਂ ਨੇ ਲਾਸਟ ਡੇਟ ਦੇ ਉੱਤੇ 25 ਜਨਵਰੀ ਨੂੰ ਦੱਸਿਆ ਕਿ ਅਸੀਂ 14 ਦਸੰਬਰ 2022 ਨੂੰ ਦਵਿੰਦਰਪਾਲ ਸਿੰਘ ਭੁੱਲਰ ਹੋਣਾ ਦਾ ਜਿਹੜਾ ਕੇਸ ਆ, ਉਹ ਸੈਂਟੈਂਸ ਰਿਵਿਊ ਬੋਰਡ ਨੇ ਫੈਸਲਾ ਲੈ ਲਿਆ ਹੋਇਆ, ਪਰ ਕੀ ਲਿਆ ਇਹ ਜੇ ਅਵੇਟਿੰਗ ਆ, ਤੇ ਅਗਲੀ ਤਰੀਕ ਫਿਰ ਇਸ ਗੱਲ ਲਈ ਬਹਿਸ ਲਈ ਜਿਹੜੀ ਆ ਉਹ 12 ਅਪ੍ਰੈਲ ਜਿਹੜੀ ਆ ਉਹ ਪਾਤੀ। ਹੁਣ ਜਿਹੜਾ ਫੈਸਲਾ ਲੈ ਲਿਆ ਹੋਇਆ, ਜੇ ਤਾਂ ਉਹ ਫੇਵਰ 'ਚ ਹੋਇਆ ਫਿਰ ਉਹ ਰਿਹਾਅ ਹੋ ਜਾਣਗੇ ਭੁੱਲਰ ਸਾਹਿਬ, ਜੇ ਉਹ ਅਗੇਂਸਟ ਹੋਇਆ ਤਾਂ ਫਿਰ 12/4 ਨੂੰ ਉਸ ਗੱਲ ਤੇ ਆਰਗੂ ਹੋਊਗੀ ਵੀ ਐਲੀਜੀਬਿਲਟੀ ਬਣਦੀ ਸੀ, ਇਹਨਾਂ ਨੇ ਇੱਕ ਸਿਆਸੀ ਹਿੱਤਾਂ ਕਰਕੇ ਫੈਸਲਾ ਨਹੀਂ ਲਿਆ। ਹਾਈ ਕੋਰਟ ਵੀ ਛੱਡ ਸਕਦੀ ਹੈ, ਜਾਂ ਹਾਈ ਕੋਰਟ ਉਹਨਾਂ ਨੂੰ ਫਰਦਰ ਰੀਕਨਸੀਡਰ ਲਈ ਕਹਿ ਸਕਦੀ ਹੈ, ਜਾਂ ਖਾਰਜ ਕਰ ਸਕਦੀ ਹੈ। ਜੇ ਖਾਰਜ ਕਰੂਗੀ ਅਸੀਂ ਸੈਟਿਸਫਾਈਡ ਨਹੀਂ ਹੋਵਾਂਗੇ, ਅਸੀਂ ਸੁਪਰੀਮ ਕੋਰਟ ਵੱਲ ਨੂੰ ਮੂੰਹ ਕਰਾਂਗੇ। ਸੋ ਇੱਕ ਤਾਂ ਭੁੱਲਰ ਸਾਹਿਬ ਦਾ ਫੈਸਲਾ ਐਗਜ਼ੈਕਟਿਵ ਦੇ ਸਾਰਾ ਪਿਆ। ਇਸੇ ਤਰ੍ਹਾਂ ਗੁਰਦੀਪ ਸਿੰਘ ਖੇੜੇ ਦਾ, ਉਹਦਾ ਕਰਨਾਟਕਾ ਦਾ ਕੇਸ ਹੈਗਾ, ਉਹਨਾਂ ਦੀ ਰਿਹਾਈ ਜਿਹੜੀ ਆ ਉਹ ਵੀ ਪੰਜਾਬ ਸਰਕਾਰ ਨੇ ਰਿਕਮੈਂਡ ਕੀਤੀ। ਸੇਮ ਫੇਵਰ ਸਾਰੇ ਜੋ ਭੁੱਲਰ ਸਾਹਿਬ ਦੇ, ਸਿਰਫ ਮੈਡੀਕਲ ਨੂੰ ਛੱਡ ਕੇ ਬਾਕੀ ਸਾਰੇ ਉਹ ਪਰੋਲ ਵੀ ਆ ਰਹੇ ਆ, ਤੇ ਉਹਨਾਂ ਦੇ ਫੇਵਰ 'ਚ ਆ। ਉਹਨਾਂ ਦੀ ਪੰਚਾਇਤ ਦੀ, ਇਲਾਕੇ ਦੀ, ਥਾਣੇ ਦੀ, DM ਦੀ ਸਰਕਾਰ ਨੇ ਰਿਕਮੈਂਡ ਕਰਕੇ ਕਰਨਾਟਕ ਸਰਕਾਰ ਨੂੰ ਭੇਜੀ ਆ, ਪਰ ਉੱਥੇ ਕਰਨਾਟਕ ਸਰਕਾਰ ਨੇ ਅਜੇ ਤੱਕ ਜਿਹੜਾ ਨਹੀਂ ਉਹਦੇ 'ਚ ਫੈਸਲਾ ਲਿਆ। ਇਹ ਵੀ ਮਹੱਤਵਪੂਰਨ ਆ ਵੀ ਗੁਰਦੀਪ ਸਿੰਘ ਖੇੜਾ ਤੇ ਪ੍ਰੋਫੈਸਰ ਭੁੱਲਰ ਨੂੰ 550 ਸਾਲਾ
ਗੁਰੂ ਨਾਨਕ ਪਾਤਸ਼ਾਹ ਦੇ ਗੁਰਪੁਰਬ ਦੇ ਸੰਬੰਧ ਜਿਹੜੀ ਸੈਂਟਰ ਗਵਰਨਮੈਂਟ ਨੇ ਕਿਹਾ ਸੀ ਵੀ ਛੱਡੇ ਜਾਣਗੇ, ਹੂੰ ਉਹਦੇ 'ਚ ਵੀ ਨਾ ਹੈਗਾ। ਹੂੰ ਕਿਉਂਕਿ ਜਿਹੜੇ ਟਾਡਾ ਦੇ ਕੇਸ ਆ ਸੈਂਟਰਲ ਐਕਟ ਹੋਣ ਕਰਕੇ ਤੇ ਸੈਂਟਰ ਦੀ ਕਨਕਰੈਂਸ ਜ਼ਰੂਰੀ ਆ ਹੂੰ ਐਜ਼ ਪਰ CRPC। ਸੋ ਉਹ ਸੈਂਟਰ ਗਵਰਨਮੈਂਟ ਨੇ ਉਹਦੇ ਵਿੱਚ ਹੀ ਕਹਿ ਦਿੱਤਾ ਵੀ ਜੇ ਕੋਈ ਕਨਕਰੈਂਸ ਕਿਸੇ ਕੇਸ 'ਚ ਚਾਹੀਦੀ ਆ ਤੇ ਸਾਡੀ ਇਹ ਲੈਟਰ ਨੂੰ ਕਨਕਰੈਂਸ ਵੀ ਮੰਨੋ। ਹੂੰ ਸੋ ਇਹ ਤੁਸੀਂ ਦੇਖੋ ਵੀ ਇੰਨੀਆਂ ਗੱਲਾਂ ਫੇਵਰ ਹੋਣ ਦੇ ਬਾਵਜੂਦ ਵੀ 2019 'ਚ ਫੈਸਲਾ ਲਏ ਹੋਣ ਦੇ ਬਾਵਜੂਦ ਵੀ ਉਹ ਗੱਲ ਨੂੰ ਵੀ ਜਿਹੜਾ 3 ਸਾਲ ਕਰੀਬ ਜਿਹੜੇ ਹੋ ਗਏ ਆ, 3 ਸਾਲ ਤੋਂ ਉੱਤੇ ਹੋ ਗਏ, ਹੂੰ ਫਿਰ ਵੀ ਰਿਹਾਈ ਨਹੀਂ ਹੋਈ। ਐਗਜ਼ੈਕਟਿਵ ਦਾ ਹੀ ਜਿਹੜੀ ਆ ਉਹਦੇ 'ਚ ਰੋਲ ਹੈਗਾ। ਚਲੋ ਇਹ ਤਾਂ ਰਿਹਾਈ ਦੀ ਗੱਲ ਹੋ ਗਈ, ਪਰ ਭਾਈ ਬਲਵੰਤ ਸਿੰਘ ਰਾਜੋਆਣੇ ਦੀ ਫਾਂਸੀ ਨੂੰ ਉਮਰ ਕੈਦ 'ਚ ਬਦਲਣੀ, ਸਿਰਫ ਉਹਨਾਂ ਦਾ ਰਹਿਣਾ ਜੇਲ੍ਹ 'ਚ ਹੀ ਆ, ਰਿਹਾ ਤਾਂ ਨਹੀਂ ਉਹਨਾਂ ਦਾ। ਉਹਨਾਂ ਨੂੰ ਫਾਂਸੀ ਦਾ ਸਟੇਟਸ ਟੁੱਟ ਕੇ ਉਹਨਾਂ ਦਾ ਉਮਰ ਕੈਦੀ ਦਾ ਹੋ ਜਾਣਾ, ਹੂੰ ਫਿਰ ਉਹ ਐਲੀਜੀਬਲ ਹੋ ਜਾਣ, ਕਿਉਂਕਿ ਫਾਂਸੀ ਯਾਫਤਾ ਨੂੰ ਪਰੋਲ ਨਹੀਂ ਮਿਲ ਸਕਦੀ। ਹੂੰ ਜੇ ਉਮਰ ਕੈਦੀ 'ਚ ਹੋ ਜਾਂਦੇ ਤਾਂ ਫਿਰ ਪਰੋਲ ਲਈ ਐਲੀਜੀਬਲ ਹੋ ਜਾਣਗੇ। ਹੂੰ ਤਾਂ ਫਿਰ ਉਹਨਾਂ ਦੀ ਫਾਂਸੀ ਦੇਖੋ ਅਜੇ ਤੱਕ ਉਮਰ ਕੈਦ 'ਚ ਨਹੀਂ ਤੋੜੀ, ਹੂੰ ਉਸੇ ਹੀ 550 ਸਾਲਾਂ ਦੇ ਹੂੰ ਨੋਟੀਫਿਕੇਸ਼ਨ। ਸੋ ਉਹਨਾਂ ਦਾ ਫੈਸਲਾ ਵੀ ਐਗਜ਼ੈਕਟਿਵ ਨੇ ਲੈਣਾ। ਹੂੰ ਸੁਪਰੀਮ ਕੋਰਟ ਰਿਟ ਪਾਈ ਹੋਈ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਸ਼੍ਰੋਮਣੀ ਕਮੇਟੀ ਰਾਹੀਂ। ਸੋ ਉਹਦੇ ਵਿੱਚ ਸੈਂਟਰ ਗਵਰਨਮੈਂਟ ਜਵਾਬ ਨਹੀਂ ਦੇ ਰਹੀ। ਉਹਨਾਂ ਨੇ ਸਤੰਬਰ 'ਚ ਜਵਾਬ ਦਿੱਤਾ ਸੀ 2022 'ਚ ਵੀ ਅਜੇ ਅਸੀਂ ਫੈਸਲਾ ਨਹੀਂ ਲੈ ਸਕਦੇ ਪੰਜਾਬ ਦੇ ਹਾਲਾਤਾਂ ਦੇ ਮੱਦੇਨਜ਼ਰ। ਹੂੰ ਨਵੰਬਰ ਤੋਂ ਬਾਅਦ ਫਿਰ ਉਹ ਮੈਟਰ ਹੀ ਨਹੀਂ ਟੇਕਅਪ ਹੋਇਆ ਸੁਪਰੀਮ ਕੋਰਟ 'ਚ। ਹੁਣ ਐਗਜ਼ੈਕਟਿਵ ਨੇ ਡਿਸੀਜਨ ਵੀ ਨਹੀਂ ਲਿਆ ਤੇ ਉਹਦੇ ਫੈਸਲਾ ਲਾਗੂ ਕਰਨਾ ਕਿ ਨਹੀਂ, ਸੁਪਰੀਮ ਕੋਰਟ ਦੇ ਵਿੱਚ ਵੀ ਮੈਟਰ ਟੇਕਅਪ ਨਹੀਂ ਹੋਇਆ। ਸੋ ਇਹ ਵੀ ਦੇਖ ਲਓ ਐਗਜ਼ੈਕਟਿਵ ਦੀ ਜਿਹੜੀ ਆ, ਤੁਸੀਂ ਕਹਿ ਸਕਦੇ ਹੋ ਕਿ ਦਬਾਅ ਆ ਜੁਡੀਸ਼ਰੀ ਤੇ। ਗਵਰਨਮੈਂਟ ਨੂੰ ਚੈਲੰਜ ਕੀਤਾ ਜਾ ਸਕਦਾ ਕਿ ਗਵਰਨਮੈਂਟ ਤੁਸੀਂ ਇਨ ਟਾਈਮ ਡਿਸੀਜਨ ਨਹੀਂ ਲੈਂਦੇ। ਡਿਸੀਜਨ ਨਹੀਂ ਲੈ ਰਹੇ, ਉਹ ਕੀਤਾ ਹੋਇਆ ਪਰ ਉਹਦੇ 'ਚ ਹਾਈ ਕੋਰਟ ਸੁਪਰੀਮ ਕੋਰਟ ਵੀ ਜਿਹੜੀ ਸਾਇਲੈਂਟ ਆ। ਸੋ ਇਹ ਫੈਸਲੇ ਹੈਗੇ ਆ। ਇਸ ਤੋਂ ਇਲਾਵਾ 3 ਉਮਰ ਕੈਦੀ ਸਿੰਘ ਹੈਗੇ ਆ ਬੇਅੰਤ ਮਰਡਰ ਕੇਸ ਵਾਲੇ, ਭਾਈ ਲਖਵਿੰਦਰ ਸਿੰਘ, ਭਾਈ ਸ਼ਮਸ਼ੇਰ ਸਿੰਘ ਤੇ ਭਾਈ ਗੁਰਮੀਤ ਸਿੰਘ। ਹੂੰ ਉਹਨਾਂ ਤਿੰਨਾਂ ਦੀ ਵੀ ਜਿਹੜੀ ਐਲੀਜੀਬਿਲਟੀ, ਉਹਨਾਂ ਦਾ 550 ਸਾਲਾਂ 'ਚ ਜ਼ਿਕਰ ਨਹੀਂ ਸੀਗਾ, ਹੂੰ ਪਰ ਉਹਨਾਂ ਦੀ ਐਲੀਜੀਬਿਲਟੀ ਬਣਦੀ ਆ ਵੀ ਉਹਨਾਂ ਦੇ ਹੋਰ ਕੋਈ ਕੇਸ ਨਹੀਂ, ਉਹ ਕਰੀਬ 10 ਸਾਲ ਤੋਂ ਪਰੋਲ ਆ ਰਹੇ ਆ। ਉਹਨਾਂ ਨੂੰ ਸਪੈਸ਼ਲ ਮੈਡੀਕਲ ਪਰੋਲ ਜਿਹੜੀ ਕਰੋਨਾ ਦੀ 1.5 ਸਾਲ ਉਹ ਬਾਹਰ ਰਹੇ ਆ, ਉਹ ਮਿਲੀ। ਉਹਨਾਂ ਦੇ ਕੋਈ ਕੇਸ ਨਹੀਂ, ਉਹਨਾਂ ਦਾ ਜੇਲ੍ਹ ਅਫੈਂਸ ਕੋਈ ਨਹੀਂ, ਉਹਨਾਂ ਦੀ ਫੇਵਰ ਦੇ ਵਿੱਚ ਰਿਪੋਰਟਾਂ। ਸੋ ਉਹਨਾਂ ਦੀ ਐਲੀਜੀਬਿਲਟੀ ਬਣਦੀ ਆ ਤੇ ਉਹ ਵੀ ਐਗਜ਼ੈਕਟਿਵ ਦੇ ਪੈਂਡਿੰਗ ਆ। ਉਹਨਾਂ ਦਾ ਜਿਹੜਾ ਫੈਸਲਾ ਐਗਜ਼ੈਕਟਿਵ ਨਹੀਂ ਲੈਣਾ ਹੈਗਾ। ਉਹਨਾਂ ਦਾ ਕਿਹੜੀ ਐਗਜ਼ੈਕਟਿਵ ਕੋਲੇ, ਉਹ ਪੰਜਾਬ ਕੋਲੇ ਜਾਂ ਕਿਸੇ ਹੋਰ ਉਹ ਕੋਲੇ? ਝੂਠੀ ਐਡਮਿਨਿਸਟ੍ਰੇਸ਼ਨ ਆ, ਕਿਉਂਕਿ ਬੇਅੰਤ ਮਰਡਰ ਅਸੈਸੀਨੇਸ਼ਨ ਉੱਥੇ ਹੋਈ ਸੀ ਚੰਡੀਗੜ੍ਹ। ਸੋ ਚੰਡੀ ਝੂਠੀ ਐਡਮਿਨਿਸਟ੍ਰੇਸ਼ਨ ਜਿਹੜਾ ਹੈਗਾ ਉਹ ਸੈਂਟਰ ਗਵਰਨਮੈਂਟ ਹੀ ਹੈ, ਕਿਉਂਕਿ ਉਹਨਾਂ ਦੇ ਥੱਲੇ ਹੀ ਆ ਜਿਹੜਾ ਗਵਰਨਰ ਐਜ ਏ ਝੂਠੀ ਐਡਮਿਨਿਸਟ੍ਰੇਟਰ, ਉਹਨੇ ਫੈਸਲਾ ਲੈਣਾ ਹੈਗਾ। ਸੋ ਉਹਨਾਂ ਦੇ ਗੁਰਮੀਤ ਸਿੰਘ ਉਹਨਾਂ ਦੇ ਸੰਬੰਧ 'ਚ ਅਸੀਂ ਹਾਈ ਕੋਰਟ ਪਿਛਲੇ 1.5-2 ਸਾਲ ਤੋਂ ਪੈਰਵਾਈ ਕਰ ਰਹੇ ਹਾਂ। ਤੇ ਉਹਦੇ 'ਚ DC ਪਹਿਲਾਂ ਫੈਸਲਾ ਨਹੀਂ ਲੈ ਰਿਹਾ ਸੀ ਆਪਣਾ ਪਟਿਆਲੇ ਵਾਲਾ, ਫਿਰ ਉਹਨਾਂ ਨੇ ਰਿਜੈਕਟ ਕਰਕੇ ਭੇਜਤਾ, ਨੋਟ ਰਿਕਮੈਂਡ ਕੀਤਾ ਤੇ ਯੂਟੀ ਐਡਮਿਨਿਸਟ੍ਰੇਸ਼ਨ ਨੇ ਉਹਨੂੰ ਉਸ ਗਰਾਊਂਡ ਤੇ ਉੱਤੇ ਰਿਜੈਕਟ ਕਰਤਾ। ਅਸੀਂ ਫਿਰ ਉਹਨੂੰ ਚੈਲੰਜ ਕਰਤਾ। ਉਹਨਾਂ ਦੀ ਹੁਣ 20 ਫਰਵਰੀ 2023 ਅਗਲੀ ਜਿਹੜੀ ਤਰੀਕ ਹੈਗੀ ਆ ਹਾਈ ਕੋਰਟ, ਉੱਥੇ ਯੂਟੀ ਐਡਮਿਨਿਸਟ੍ਰੇਸ਼ਨ ਜਵਾਬ ਦਊਗੀ ਜਾਂ DC ਜਵਾਬ ਦਊ ਵੀ ਤੁਹਾਨੂੰ ਇੱਕ ਕਿਹਾ ਸੀਗਾ ਵੀ ਸਪੀਕਿੰਗ ਆਰਡਰ ਪਾਸ ਕਰੋ, ਤੁਸੀਂ ਨਾਰਮਲ ਆਰਡਰ ਵੀ ਅਮਨ ਸ਼ਾਂਤੀ ਨੂੰ ਖਤਰਾ ਕਹਿ ਕੇ ਰਿਜੈਕਟ ਕਰਤਾ ਵੀ ਇਹ ਨਹੀਂ। ਉਹਦੇ ਬਾਰੇ ਫਿਰ ਹੁਣ ਜਵਾਬ ਉਹ ਦੇਣਗੇ, 20 ਫਰਵਰੀ ਨੂੰ ਪਤਾ ਲੱਗੂਗਾ। ਸੋ ਇਹ ਸਾਰੇ ਫੈਸਲੇ ਐਗਜ਼ੈਕਟਿਵ ਆ ਜਿਹੜੇ ਨਹੀਂ ਲਏ ਜਾ ਰਹੇ। ਇਸੇ ਤਰ੍ਹਾਂ ਭਾਈ ਜਗਤਾਰ ਸਿੰਘ ਹਵਾਰੇ ਦਾ ਜਿਹੜਾ ਉਹ ਵੀ 25 ਸਾਲ ਤੋਂ ਉੱਤੇ ਵਾਲਿਆਂ 'ਚ ਆਉਂਦੇ ਆ। ਭਾਈ ਪਰਮਜੀਤ ਸਿੰਘ ਭਿਓਰਾ ਉਹਨਾਂ ਦਾ 24 ਸਾਲ ਹੁੰਦੇ ਆ ਤੇ ਭਾਈ ਜਗਤਾਰ ਸਿੰਘ ਤਾਰਾ ਦਾ 17 ਸਾਲ ਹੁੰਦੇ ਆ। ਸੋ ਜਦੋਂ ਅਸੀਂ ਐਗਜ਼ੈਕਟਿਵ ਡਿਸੀਜਨ ਦੀ ਗੱਲ ਕਰਦੇ ਹਾਂ ਉੱਥੇ ਇਹਦਾ ਐਲੀਮੈਂਟ ਹੋ ਜਾਂਦਾ ਵੀ ਤੁਸੀਂ ਜਿਹੜਾ ਉਹਦੀ ਕਿੰਨੀ ਕੈਦ ਕਟਾਉਣੀ ਆ, ਕਿਉਂਕਿ ਆਲਰੇਡੀ ਸਾਡੇ ਕੋਲ ਬੇਅੰਤ ਐਗਜ਼ੈਂਪਲਾਂ ਪਈਆਂ ਜਿੱਥੇ ਜੇ ਬੰਦੀ ਸਿੰਘਾਂ ਦੀ ਗੱਲ ਕਰੀਏ 14 ਸਾਲ ਬਾਅਦ ਵੀ ਛੁੱਟੇ ਆ। ਪੁਲਿਸ ਵਾਲਿਆਂ ਦੀ ਗੱਲ ਕਰੀਏ ਝੂਠੇ ਪੁਲਿਸ ਮੁਕਾਬਲਿਆਂ ਦੇ, ਉਹ 4-5 ਸਾਲ ਬਾਅਦ ਵੀ ਛੁੱਟੇ ਆ। ਸੋ ਇਹ ਤਾਂ ਫਿਰ ਕੋਈ ਹੋਈ ਨਹੀਂ ਨਾ, ਕਾਨੂੰਨ ਸਾਹਮਣੇ ਸਮਾਨਤਾ ਦੀ ਗੱਲ ਨਹੀਂ ਹੋਈ ਵੀ ਇੱਕ ਪਾਸੇ ਤੁਸੀਂ ਜੇ ਸਿੱਖ ਨੂੰ ਮਾਰਿਆ ਤਾਂ ਫਿਰ ਉਹ ਪੁਲਿਸ ਵਾਲੇ 4 ਸਾਲ ਬਾਅਦ ਹੀ ਛੁੱਟ ਜਾਂਦੇ ਆ, ਤੇ ਜੇ ਸਿੱਖ ਨੇ ਕਿਸੇ ਨੂੰ ਮਾਰਿਆ ਇੱਕ ਜੰਗ ਆ ਪੋਲੀਟੀਕਲ ਵਾਰਫੇਅਰ ਕਹਿ ਸਕਦੇ ਹੋ ਤੁਸੀਂ, ਜਿਹੜੀ ਵੋਟਾਂ ਦੀ ਰਾਜਨੀਤੀ ਵੀ ਹੁੰਦੀ ਹੈ ਤੇ ਕਦੀ ਹਥਿਆਰ ਦੀ ਵੀ ਹੁੰਦੀ ਆ। ਸੋ ਗੋਲੀ ਦਾ ਜਵਾਬ ਗੋਲੀ ਵਾਲੀ ਗੱਲ ਆ। ਸੋ ਜੇ ਦੋਨੇ ਧਿਰਾਂ ਲੜ ਰਹੀਆਂ ਹੈਗੀਆਂ ਤੇ ਇੱਕ ਧਿਰ ਵਾਲਾ ਆਪਣੇ ਬੰਦਿਆਂ ਨੂੰ 5 ਸਾਲ ਬਾਅਦ ਛੱਡ ਦਿੰਦਾ ਤੇ ਦੂਜੇ ਵਾਲਿਆਂ ਨੂੰ 30 ਸਾਲ ਵੀ ਕਹਿੰਦਾ ਵੀ ਨਹੀਂ ਹੁਣ ਧਰਨੇ ਲਾਓ, ਮੁਜ਼ਾਹਰੇ ਕਰੋ, ਦਸਤਖਤੀ ਮੁਹਿੰਮਾਂ ਚਲਾਓ, ਥਾਂ ਦੁਨੀਆ ਭਰ 'ਚ ਮੁਜ਼ਾਹਰੇ ਹੋਣ। ਸੋ ਉਹ ਤਾਂ ਵੀ ਨਹੀਂ ਛੱਡਿਆ ਜਾਂਦਾ। ਸੋ ਇਹ ਤੋਂ ਹੀ ਸਪਸ਼ਟ ਹੁੰਦਾ ਵੀ ਇਕੁਐਲਿਟੀ ਬਿਫੋਰ ਲਾ ਹੈ ਨਹੀਂ, ਡਿਸਕ੍ਰਿਮੀਨੇਟਰੀ ਜਿਹੜਾ ਨੇਚਰ ਹੈਗਾ ਐਡਮਿਨਿਸਟ੍ਰੇਸ਼ਨ ਦਾ, ਵੀ ਉਹ ਇੱਕ ਬੰਦਿਆਂ ਦੇ ਤਾਂ ਹੁਣ ਪੁਲਿਸ ਵਾਲਿਆਂ ਦੇ ਕਦੀ ਕਿਸੇ ਨੇ ਧਰਨਾ ਨਹੀਂ ਲਾਇਆ ਵੀ ਸਾਡੇ ਬੰਦੇ ਨੂੰ ਛੱਡਿਆ ਜਾਵੇ ਜਾਂ ਕੋਈ ਨੇ ਪ੍ਰੈਸ ਕਾਨਫਰੰਸ। ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ, ਜਦੋਂ ਛੁੱਟ ਜਾਂਦੇ ਬਾਅਦ 'ਚ ਪਤਾ ਲੱਗਦਾ ਵੀ ਫਲਾਨੇ ਵਾਲੇ ਨੂੰ ਤਾਂ 4 ਸਾਲ ਪਹਿਲਾਂ ਉਮਰ ਕੈਦ ਹੋਈ ਸੀ, ਇਹ ਛੁੱਟ ਵੀ ਗਿਆ।
ਤੇ ਇੱਥੇ ਪਤਾ ਲੱਗਦਾ ਵੀ ਪਿਛਲੇ 10 ਸਾਲਾਂ ਤੋਂ ਧਰਨੇ ਲੱਗ ਰਹੇ ਆ ਵੀ ਬੰਦੇ ਛੱਡੋ ਬੰਦੇ ਛੱਡੋ। ਉਹ ਇਸ ਚੱਕਰ ਦੇ ਵਿੱਚ ਹੀ ਮੰਨ ਲਓ 10 ਸਾਲ ਉਹਨਾਂ ਦੀ ਕਸਟਡੀ ਵਧਾ ਲਈ ਜਦੋਂ ਐਲੀਜੀਬਲ ਸੀਗੇ, ਤੇ ਹੁਣ 550 ਸਾਲਾਂ ਵਾਲੇ ਕਿਹੜਾ ਛੱਡਤੇ ਉਹਨਾਂ ਨੇ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਇੱਕ ਬਿਆਨ ਆਇਆ ਸੀ ਕੁਝ ਦਿਨ ਪਹਿਲਾਂ ਕਿ ਅਸੀਂ ਅੰਤਰਰਾਸ਼ਟਰੀ ਅਦਾਲਤ ਹੇਗ ਦੇ ਵਿੱਚ ਜਿਹੜਾ ਇਹ ਮਸਲਾ ਉਠਾਵਾਂਗੇ। ਕੀ ਕੋਈ ਸੰਭਾਵਨਾ ਹੈਗੀ ਹੈ, ਉਠਾ ਸਕਦੀ ਹੈ ਜਿਹੜੀ ਸ਼੍ਰੋਮਣੀ ਕਮੇਟੀ ਹੈ ਉੱਥੇ, ਕਿ ਨਹੀਂ ਉਠਾ ਸਕਦੀ? ਨਹੀਂ ਦੇਖੋ, ਉਸ ਬਿਆਨ ਦੀ ਪ੍ਰਸ਼ੰਸਾ ਬਹੁਤ ਹੋਈ ਆ ਸ਼੍ਰੋਮਣੀ ਕਮੇਟੀ ਨੇ ਯਾਨੀ ਕਿ ਮੈਂ ਸੁਣਿਆ ਸੀ ਵੀ ਉਹਨਾਂ ਨੇ ਕਿਹਾ ਸੀ ਵਕੀਲਾਂ ਦਾ ਅਸੀਂ ਇੱਕ ਪੈਨਲ ਬਣਾਇਆ ਤੇ ਉਹਨਾਂ ਕੋਲ ਸਲਾਹ ਲੈ ਕੇ ਜਿਹੜਾ ਉਹ ਕੀਤਾ ਜਾਊਗਾ, ਪਰ ਉਹ ਮੁੜ ਕੇ ਤਾਂ ਉਹਨਾਂ ਦਾ ਕੁਛ ਆਇਆ ਨਹੀਂ, ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਹੋਣਾ ਵੀ ਇਹ ਨਹੀਂ ਉਠਾ ਸਕਦੇ। ਉਹਨਾਂ ਨੇ ਇੱਕ ਨਿਊਜ਼ ਮੇਕਿੰਗ ਜਿਹੜੀ ਖਬਰ ਸੀ ਵੀ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਤਾਂ ਵੈਸੇ ਜਾ ਹੀ ਨਹੀਂ ਸਕਦੇ, ਸਿਰਫ ਨੇਸ਼ਨ ਸਟੇਟ ਜਾ ਸਕਦੀਆਂ, ਇੰਡੀਆ ਜਾ ਸਕਦਾ ਜਾਂ ਕੋਈ ਦੇਸ਼ ਜਾ ਸਕਦਾ, ਸ਼੍ਰੋਮਣੀ ਕਮੇਟੀ ਐਲੀਜੀਬਲ ਹੀ ਹੈ ਨਹੀਂ ਕਿ ਉਹ ਜਾ ਹੀ ਨਹੀਂ ਸਕਦੀ, ਇਨ ਪਰਸਨ ਕੋਈ ਬੰਦਾ ਵੀ ਨਹੀਂ ਜਾ ਸਕਦਾ। ਸੋ ਯਾਨੀ ਕਿ ਨਿਊਜ਼ ਮੇਕਿੰਗ ਸੀ, ਉਸ ਤੋਂ ਬਾਅਦ ਉਹਦੀ ਕੋਈ ਕੀਮਤ ਨਹੀਂ। ਸਿੱਖ ਅਜੇ ਤੱਕ, ਕਿਉਂਕਿ ਜੇਕਰ ਇੱਕ ਪਾਸਾ ਆਪਾਂ ਦੇਖਦੇ ਹਾਂ, ਹਾਲਾਂਕਿ ਕਿਸੇ ਤਰ੍ਹਾਂ ਦਾ ਕੋਈ ਮੁਕਾਬਲਾ ਹੀ ਨਹੀਂ ਹੈ, ਪਰ ਫਿਰ ਵੀ ਮੈਂ ਹਵਾਲਾ ਲੈਣਾ ਚਾਹਾਂਗਾ। ਇੱਕ ਪਾਸੇ ਸਰਕਾਰ ਨੇ ਪਿੱਛੇ ਜੇ ਰਾਮ ਰਹੀਮ ਨੂੰ ਜਿਹੜਾ ਹੈਗਾ ਉਹ ਹੁਣ ਛੁੱਟੀ ਤੇ ਭੇਜਿਆ, ਪੇਰੋਲ ਤੇ ਭੇਜਿਆ ਹੈਗਾ। ਸਿੱਖ ਕੀ ਸਮੂਹਿਕ ਤੌਰ ਤੇ ਜਿਹੜੀ ਸਿੱਖ ਕੌਮ ਹੈ, ਸਮਾਜਿਕ ਤੌਰ ਤੇ ਕੀ ਸਿੱਖ ਪ੍ਰੈਸ਼ਰ ਨਹੀਂ ਬਣਾ ਸਕੇ, ਜਾਂ ਰਾਜਨੀਤਿਕ ਤੌਰ ਤੇ ਪ੍ਰੈਸ਼ਰ ਕਿਉਂ ਨਹੀਂ ਬਣ ਸਕਿਆ? ਸਿੱਖਾਂ ਦੇ ਸਮੂਹਿਕ ਤੌਰ ਤੇ ਰਾਜਨੀਤਿਕ ਤੌਰ ਤੇ ਕੀ ਲੱਗਦਾ ਕਿਉਂ ਨਹੀਂ ਪ੍ਰੈਸ਼ਰ ਬਣ ਸਕਿਆ? ਦੇਖੋ, ਜਿਹੜੀ ਗਿਣਤੀ ਉਹਦੇ ਫਾਲੋਅਰਸ ਨਾਲੋਂ ਤਾਂ ਸਾਡੀ ਕਿਤੇ ਜ਼ਿਆਦੀ ਹੈ ਨਾ। ਨਹੀਂ, ਗਿਣਤੀ ਦਾ ਮਤਲਬ ਨਹੀਂ ਹੈਗਾ, ਮਤਲਬ ਹੈਗਾ ਵੀ ਐਡਮਿਨਿਸਟ੍ਰੇਸ਼ਨ ਤੁਹਾਡੇ ਨਾਲ ਕਿੰਨਾ ਖੜਦਾ ਹੈਗਾ। ਸੋ ਉਹਨੂੰ ਰਿਹਾ ਨਹੀਂ ਕੀਤਾ, ਉਹਨੂੰ ਪਰੋਲ ਮਿਲਦੀ ਆ। ਆਪਣੇ ਵੀ ਬੰਦੀ ਸਿੰਘ ਜਿਹੜੇ ਐਲੀਜੀਬਲ ਪਰੋਲ ਵਾਸਤੇ ਹੈਗੇ ਆ, ਪ੍ਰੋਫੈਸਰ ਭੁੱਲਰ, ਗੁਰਦੀਪ ਸਿੰਘ ਖੇੜਾ, ਲਖਵਿੰਦਰ ਸਿੰਘ, ਸ਼ਮਸ਼ੇਰ ਸਿੰਘ, ਗੁਰਮੀਤ ਸਿੰਘ, ਆਉਂਦੇ ਹੀ ਆ ਕੇ 1.5 2 ਸਾਲ ਕਰੋਨਾ ਪਰੋਲ ਚੋਂ ਬਾਹਰ ਹੀ ਰਹੇ ਆ। ਸੋ ਹਰੇਕ ਉਮਰ ਕੈਦੀ ਦਾ ਜਿਹੜਾ ਰਾਈਟ ਹੈਗਾ, ਆਪਣੇ ਵਾਲਿਆਂ ਨੂੰ ਥੋੜ੍ਹਾ ਜਿਹਾ ਖਿੱਚ ਕੇ ਲੈਣਾ ਪੈਂਦਾ, ਉਹਨੂੰ ਥੋੜ੍ਹਾ ਈਜ਼ੀ ਮਿਲ ਜਾਂਦਾ। ਸੋ ਇੱਥੇ ਬੰਦੀ ਸਿੰਘ ਵੀ ਪਰੋਲ ਆਉਂਦੇ ਆ। ਮੈਂ ਨਹੀਂ ਇਹ 'ਚ ਸਮਝਦਾ ਵੀ ਹਾਂ ਉਹ ਆ ਕੇ ਕੱਟ ਕੁੱਟ ਕਰ ਲੈਂਦਾ, ਉਹਨਾਂ ਰੌਲਾ ਵੱਧ ਪੈ ਜਾਂਦਾ, ਉਹ ਨਹੀਂ ਕਰਨ ਦੇਣੇ ਚਾਹੀਦੇ ਉਹਨੂੰ, ਉਹ ਗਲਤ ਆ। ਪਰ ਇਹ ਆ ਵੀ ਉਹਨੂੰ ਪਰੋਲ ਮਿਲਦੀ ਆ ਤੇ ਉਹਦੇ ਪ੍ਰਸ਼ਾਸਨ ਉਹਦੇ 'ਤੇ ਮਿਹਰਬਾਨ ਆ, ਉਹ ਪ੍ਰਸ਼ਾਸਨ ਨੂੰ ਓਬਲਾਈਜ਼ ਕਰਦਾ ਤੇ ਪ੍ਰਸ਼ਾਸਨ ਉਹਨੂੰ ਕਰਦਾ ਹੈਗਾ। ਸੋ ਉਹਦੇ ਅੱਗੇ ਦਾ ਮੇਅਰ ਵੀ ਹੱਥ ਜੋੜ ਕੇ ਖੜਾ ਹੁੰਦਾ। ਤੇ ਪਰ ਸਾਡੀ ਇਹੋ ਜਿਹੀ ਪੋਲੀਟੀਕਲ ਨਹੀਂ ਹੈਗੀ ਅਵਸਥਾ। ਅਸੀਂ ਤਾਂ 9 ਪੂਰਬੀਏ 12 ਚੁੱਲ੍ਹਿਆਂ ਦੀ ਗੱਲ ਹੋਈ ਆ। ਕੋਈ ਕਿਤੇ ਧਰਨਾ ਲਾ ਕੇ ਬੈਠਾ, ਕੋਈ ਕਿਤੇ ਪਰਨਾ, ਕੋਈ ਆਪਣੀ ਮੁਹਿੰਮ ਚਲਾਈ ਜਾਂਦਾ, ਕੋਈ ਇੱਕ ਦੂਜੇ ਨੂੰ ਵੱਟੇ ਬੂਟੇ ਮਾਰੀ ਜਾਂਦੇ ਆ। ਸੋ ਉਹਨਾਂ ਦੇ ਪ੍ਰੇਮੀ ਦਾ ਸਲਾਵਤ ਪੂਰੇ ਸਾਰੇ ਪਹੁੰਚ ਗਏ ਸੀਗੇ ਉਹਦੀ ਕਥਾ ਸੁਣਨ, ਜਾਂ ਜੋ ਵੀ ਉਹਨੇ ਗੱਲਬਾਤ ਆਪਣੀ ਕਰਨੀ ਸੀਗੀ। ਤੇ ਬਾਕੀ ਇਹ ਤੁਹਾਡੀ ਗੱਲ ਹੈਗੀ ਆ ਵੀ ਉਸ ਤਰ੍ਹਾਂ ਦਾ ਜਿਹੜਾ ਮੈਸੇਜ ਨਹੀਂ ਜਾਂਦਾ। ਹਰੇਕ ਕੋਈ ਆਪੋ ਆਪਣੀ ਕ੍ਰੈਡਿਟ ਲੈਣਾ ਚਾਹੁੰਦਾ, ਉਹ ਇਕੱਲਾ ਰਾਮ ਰਹੀਮ ਨੂੰ ਕ੍ਰੈਡਿਟ ਦੇ ਦਿੰਦੇ ਉਹਦੇ ਪ੍ਰੇਮੀ। ਇੱਥੇ ਹਰੇਕ ਹੀ ਚਾਹੁੰਦਾ ਵੀ ਜੇ ਛੁੱਟਣ ਤਾਂ ਇਹ ਲੱਗੇ ਮੇਰੇ ਕਰਕੇ ਛੁੱਟੇ ਆ, ਭਾਵੇਂ ਨਾ ਹੀ ਛੁੱਟਣ। ਇੱਦਾਂ ਦੀ ਵੀ ਮਾਨਸਿਕ ਦਸ਼ਾ ਕਈ ਬੰਦਿਆਂ ਦੀ ਹੈਗੀ ਆ ਵੀ ਜੇ ਤਾਂ ਬੰਦੀ ਸਿੰਘ ਛੁੱਟਣ ਤੇ ਮੈਨੂੰ ਕ੍ਰੈਡਿਟ ਮਿਲੇ, ਜੇ ਮੈਨੂੰ ਕ੍ਰੈਡਿਟ ਨਹੀਂ ਮਿਲ ਰਿਹਾ ਬੇਸ਼ੱਕ ਨਾ ਹੀ ਛੁੱਟਣ। ਇਹੋ ਜਿਹੇ ਵੀ ਹੈਗੀ ਆ। ਸੋ ਇੱਥੇ ਕਮਿਟਮੈਂਟ ਦੀ ਜਿਹੜੀ ਆ ਕਮੀ ਹੈਗੀ, ਸੰਗਤਾਂ ਵਿੱਚ ਹੈ ਨਹੀਂ ਗੀ। ਸੰਗਤ ਪੰਥ ਦਾ ਹਰ ਜਗ੍ਹਾ 'ਤੇ ਪਹੁੰਚ ਜਾਂਦਾ, ਪਰ ਜਿਹੜੀ ਲੀਡਰਸ਼ਿਪ ਅਗਵਾਈ ਕਰਤਾ ਹੁੰਦੇ ਆ ਉਹਨਾਂ ਦੀ ਇਹ ਜਿਹੜੀ ਆ ਪਿਛਲੇ ਮੈਂ ਸਮੇਂ ਤੋਂ ਦੇਖੀ ਆ ਵੀ ਹਰੇਕ ਨੂੰ ਲੱਗਦਾ ਵੀ ਜੇ ਮੇਰੇ ਕਰਕੇ ਛੁੱਟ ਜਾਣ ਤਾਂ ਠੀਕ ਆ, ਬੇਸ਼ੱਕ ਨਾ ਹੀ ਛੁੱਟਣ। ਸੋ ਇਹ ਬਿਲਤੀ ਛੱਡਣੀ ਪੈਣੀ। ਕਿਸੇ ਤਰੀਕੇ ਬਣ ਸਕਦਾ ਰਾਜਨੀਤਿਕ ਦਬਾਅ ਜਾਂ ਸਮਾਜਿਕ ਦਬਾਅ? ਦੇਖੋ, ਰਾਜਨੀਤਿਕ ਦਬਾਅ ਅੱਜ ਸ਼੍ਰੋਮਣੀ ਕਮੇਟੀ ਬੇਸ਼ੱਕ ਜੋ ਮਰਜ਼ੀ ਦਿਖਾਵੇ, ਜਦੋਂ ਬਣ ਸਕਦਾ ਸੀ 10 ਸਾਲ ਸੱਤਾ ਦੇ ਵਿੱਚ ਰਹੇ ਬਾਦਲ ਦਲ, ਤੇ ਅੱਜ ਉਹ ਕਹਿੰਦੇ ਵੀ ਬੰਦੀ ਸਿੰਘ ਉਦੋਂ ਦੇ ਤੁਸੀਂ ਜਨਵਰੀ 2015 ਦੇ ਅਖਬਾਰ ਚੱਕ ਕੇ ਦੇਖ ਲਓ, ਉਹਦੇ ਵਿੱਚ ਪ੍ਰੈਸ ਕਾਨਫਰੰਸਾਂ ਏਡੇ ਇਸ਼ਤਿਹਾਰ ਲੱਗੇ ਹੋਏ ਆ ਵੀ ਨਹੀਂ ਛੱਡਿਆ ਜਾ ਸਕਦਾ, ਉਮਰ ਕੈਦ ਦਾ ਮਤਲਬ ਉਮਰ ਕੈਦ ਹੁੰਦਾ, ਅਸੀਂ ਨਹੀਂ ਕਿਸੇ ਨੂੰ ਛੱਡ ਸਕਦੇ। ਜਿਹੜੇ ਜਦੋਂ ਆਪ ਸਰਕਾਰ 'ਚ ਸੀ ਇਹ ਗੱਲਾਂ ਕਰਦੇ ਸੀ, ਲੱਖਾਂ ਕਰੋੜਾਂ ਦੇ ਇਸ਼ਤਿਹਾਰ ਲਾਉਂਦੇ ਸੀ। ਇਹਨਾਂ ਦਾ DGP ਸਮੇਤ ਸੈਣੀ ਪ੍ਰੈਸ ਕਾਨਫਰੰਸ ਕਰਕੇ ਕਹਿੰਦਾ ਸੀ ਵੀ ਨਹੀਂ ਛੱਡੇ ਜਾ ਸਕਦੇ, ਇਹ ਹੈ ਨਹੀਂ ਜੀ ਛੱਡ ਰਿਹਾ। ਮੰਝਪੁਰ ਨਾਂ ਦਾ ਵਕੀਲ ਇਹ ਗੁੰਮਰਾਹ ਕਰ ਰਿਹਾ ਹੈਗਾ, ਤੇ ਇਹਨਾਂ ਦੇ ਅਖਬਾਰਾਂ ਦੇ ਇਸ਼ਤਿਹਾਰਾਂ 'ਚ ਵੀ ਮੇਰਾ ਨਾਂ ਲਿਖਿਆ ਹੁੰਦਾ ਸੀ ਵੀ ਇਹ ਗਲਤ ਆ ਜੀ, ਇਹ 2 ਹੀ ਛੱਡੇ ਜਾ ਸਕਦੇ ਆ ਐਲੀਜੀਬਲ ਹੈਗੇ, ਪਰ ਉਹ ਵੀ ਨਹੀਂ ਅਸੀਂ ਛੱਡਣੇ। ਸੋ ਹੁਣ ਕਿਹੜੇ ਮੂੰਹ ਨਾਲ ਕਹੀ ਜਾਂਦੇ ਆ ਵੀ ਜਦੋਂ ਤੁਸੀਂ ਗ੍ਰਹਿ ਮੰਤਰੀ ਸੀ ਸੁਖਬੀਰ ਬਾਦਲ, ਤੇ ਉਦੋਂ ਤਾਂ ਕਹਿੰਦਾ ਸੀ ਛੱਡ ਹੀ ਨਹੀਂ ਸਕਦੇ, ਤੇ ਹੁਣ ਬਾਹਰ ਆ ਕੇ ਹੁਣ ਇਹ ਛੱਡਣ ਲੱਗ ਪਿਆ। ਜਦੋਂ ਭਗਵੰਤ ਮਾਨ ਸੀ ਬਾਹਰ, ਉਹ ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਭੁੱਖ ਹੜਤਾਲ ਦੇ ਟਾਈਮ ਉੱਥੇ ਕਹਿੰਦਾ ਸੀ ਵੀ ਕਿਉਂ ਨਹੀਂ ਛੱਡ ਸਕਦੇ, ਸਰਕਾਰ ਨੂੰ ਛੱਡਣੀ ਚਾਹੀਦੀ ਆ। ਤੇ ਹੁਣ ਆਪ ਸਰਕਾਰ 'ਚ ਹੋਮ ਮਿਨਿਸਟਰ ਦਾ ਹੁਣ ਘੁੱਗੂ ਮੂੰਹ 'ਚ ਘੁੰਗਲੀਆਂ ਪਾ ਕੇ ਬਹਿ ਜਾਂਦਾ। ਭੁੱਲਰ ਸਾਹਿਬ ਦੇ ਬਾਰੇ ਵੀ ਝੂਠ ਬੋਲਦਾ ਰਿਹਾ ਵੋਟਾਂ ਤੋਂ ਪਹਿਲਾਂ, ਨਹੀਂ ਜੀ ਇਹ ਛੱਡ ਨਹੀਂ ਸਕਦੇ, ਇਹ ਤਾਂ ਮੋਦੀ ਨੇ ਛੱਡਣਾ। ਤੇ ਹੁਣ SRB ਦੀਆਂ 6 ਵਾਰੀ ਭੁੱਲਰ ਸਾਹਿਬ ਦਾ ਰਿਜੈਕਟ ਕੀਤਾ, ਹਾਈ ਕੋਰਟ ਦੇ ਵਿੱਚ ਮੰਨ ਗਿਆ, ਐਫੀਡੈਵਿਟ ਦੇ ਕੇ ਸਟੇਟਸ ਰਿਪੋਰਟ ਦਿੱਤੀ ਆ।
ਸੋ ਇਹ ਸਿਆਸੀ ਲੋਕਾਂ ਦਾ ਕੋਈ ਦੀਨਮਾਨ ਨਹੀਂ, ਕੋਈ ਇਮਾਨਦਾਰੀ ਨਹੀਂ ਇਹਨਾਂ ਦੀ ਕੋਈ ਕਮਿਟਮੈਂਟ ਨਹੀਂ ਕਿਸੇ ਪ੍ਰਤੀ। ਕਮਿਟਮੈਂਟ ਤਾਂ ਜਿਵੇਂ ਸਲਸੇ ਵਾਲੇ ਦੇ ਪ੍ਰੇਮੀਆਂ ਦੀ ਆਪਣੇ ਸਲਸੇ ਵਾਲੇ ਬਾਬੇ ਵਾਲੀ ਆ, ਉੱਦਾਂ ਦੀ ਵੀ ਹੈ ਨਹੀਂ ਗੀ ਸਿੱਖਾਂ ਦੀ ਆਪਣੇ ਯੋਧਿਆਂ ਦੇ ਪ੍ਰਤੀ। ਕੀ ਹੋ ਸਕਦਾ ਹੁਣ ਹੱਲ ਕੀ ਹੈ? ਕੱਲ ਨੂੰ ਰਿਹਾ ਹੋਣ ਦੀ ਗੱਲ ਕਰੀਏ ਤਾਂ ਕਿਵੇਂ ਰਿਹਾ ਹੋ ਸਕਦਾ? ਦੇਖੋ, ਰਿਹਾਈ ਤਾਂ ਉਹਨਾਂ ਦੀ ਆਲਰੇਡੀ ਡਿਊ ਆ, ਸੋ ਉਹ ਤਾਂ ਹੋਣੀ ਆ, ਕਿਉਂਕਿ ਇਹ ਵੋਟ ਰਾਜਨੀਤੀ ਦਾ ਹਿੱਸਾ ਬਣ ਗਏ ਆ, ਇਹ ਮੁੱਦਾ ਬਣ ਗਿਆ। ਸੋ ਇਹਦੇ 'ਚ ਜੇ ਤਾਂ ਮੋਦੀ ਸਰਕਾਰ ਨੇ ਕੋਈ ਬਾਹਲਾ ਵੱਡਾ ਫੈਸਲਾ ਹੋਊਗਾ, ਜੇ 8-9 ਬੰਦੇ ਇਕੱਠੇ ਛੱਡ ਦਿੰਦੇ ਆ, ਪਰ ਮੈਨੂੰ ਜਿੱਦਾਂ ਦੀ ਸੰਭਾਵਨਾ ਹੈਗੀ ਆ, ਉਹਨਾਂ ਨੇ ਨਾ ਤਾਂ ਕਿਸੇ ਨੂੰ ਕ੍ਰੈਡਿਟ ਦੇਣਾ। ਇੱਕ ਗੱਲ ਖਾਸ ਤੌਰ 'ਤੇ ਅਕਾਲੀ ਦਲ, ਬਾਦਲ ਤੇ ਸ਼੍ਰੋਮਣੀ ਕਮੇਟੀ ਨੂੰ ਜੇ ਕ੍ਰੈਡਿਟ ਮਿਲਦਾ ਦਿਸਿਆ ਤਾਂ ਹੋ ਸਕਦਾ ਉਹ 6 ਮਹੀਨੇ ਸਾਲ ਲੇਟ ਕਰ ਦੇਣ, ਜਿੰਨਾ ਚਿਰ ਤੱਕ ਉਹਨਾਂ ਨੂੰ ਲੱਗੂ ਵੀ ਜੇ ਉਹਨਾਂ ਦੇ ਮਨ 'ਚ ਹੋਇਆ ਵੀ ਅਸੀਂ ਕ੍ਰੈਡਿਟ ਲੈਣਾ, ਫਿਰ ਉਹਨਾਂ ਨੇ ਡਿਲੇ ਕਰਨੀ ਆ, ਇਹ ਜਿਤਾਉਣਾ ਵੀ ਇਹਨਾਂ ਕਰਕੇ ਲੇਟ ਹੋ ਰਿਹਾ, ਅਸੀਂ ਤਾਂ ਛੱਡਣਾ ਚਾਹੁੰਦੇ ਹਾਂ, ਜਾਂ ਇੱਕ ਦੂਜੇ ਤੇ ਇਲਜ਼ਾਮਬਾਜ਼ੀ ਹੈ, ਜਾਂ ਫਿਰ ਉਹਨੂੰ ਲੈ ਕੇ 24 ਦੇ ਲਾਗੇ ਦੀ ਕੋਈ ਗੇਮ ਹੋਵੇ, ਜਾਂ SGPC ਦੇ ਸੰਬੰਧ ਦੇ ਵਿੱਚ ਹੋਵੇ ਉਹਨਾਂ ਨੂੰ ਵੀ ਹਾਂ ਅਸੀਂ ਬੰਦੀ ਸਿੰਘ ਛੱਡੀਏ ਤੇ ਸਾਨੂੰ ਸਿੱਖ ਵੋਟ ਜਿਹੜੀ ਆ ਉਹ ਵੱਧ ਗਿਣਤੀ 'ਚ ਪਏ, ਜਾਂ ਉਹਨਾਂ ਦੀ ਰਾਜਨੀਤੀ ਇਹ ਹੁੰਦੀ ਆ ਵੀ ਡਿਵਾਈਡ ਐਂਡ ਰੂਲ, ਵੀ ਸਿੱਖਾਂ ਦੀ ਵੋਟ ਵੰਡੀ ਜਾਵੇ ਤੇ ਜਿਹੜੀ ਬਾਕੀ ਵੋਟ ਹੈਗੀ ਆ ਕੁਛ ਹਿੱਸਾ ਸਿੱਖਾਂ ਦਾ ਉਹ ਸਾਨੂੰ ਪੈ ਜਾਵੇ, ਯਾਨੀ 50 ਵੋਟਾਂ ਨੂੰ ਦੇ ਸੰਬੰਧ 'ਚ 10 ਵੋਟਾਂ ਹੀ BJP ਕੋਲ ਰਹਿ ਜਾਣ ਤੇ ਬਾਕੀ ਵਿਰੋਧੀ 40 ਵੋਟਾਂ ਨੂੰ ਉਹ 8-8 ਥਾਂ ਵੰਡ ਦੇਣ, 5 ਥਾਂ ਤੇ ਨਾ 8-5 40, ਤੇ ਫਿਰ ਉਹਨਾਂ ਦੀ 10 ਵੋਟਾਂ ਨਾਲ ਹੀ ਜਿੱਤਿਆ। ਸੋ ਉਸ ਤਰ੍ਹਾਂ ਦੀ ਰਾਜਨੀਤੀ ਹੋਈ ਤਾਂ ਫਿਰ ਉਸ ਨੂੰ ਉਸ ਦੇ ਮੱਦੇ ਨਜ਼ਰ ਹੀ ਫੈਸਲਾ ਹੋਣਾ, ਭਾਵੇਂ ਉਹ ਸ਼੍ਰੋਮਣੀ ਕਮੇਟੀ ਚੋਣਾਂ ਦੇ ਮੱਦੇ ਨਜ਼ਰ ਹੋਵੇ, ਭਾਵੇਂ ਉਹ 2024 ਦੀਆਂ ਜਿਹੜੀਆਂ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਹੋਵੇ, ਉਹਦੇ ਮੱਦੇ ਨਜ਼ਰ ਹੀ ਫੈਸਲਾ। ਹਾਂ, ਉਹ ਲੂਜ਼ ਵੀ ਛੱਡ ਸਕਦੇ ਵੀ ਛੱਡੋ ਅਸੀਂ ਕੀ ਲੈਣਾ, ਉਹ ਕਹਿਣਗੇ ਵੀ ਠੀਕ ਆ ਅਦਾਲਤਾਂ ਛੱਡਦੀਆਂ ਛੱਡ ਦੇਣ, ਜਿਵੇਂ ਰਾਜੀਵ ਗਾਂਧੀ ਵਾਲੇ ਜਿਹੜੇ ਸੀਗੇ ਉਹ ਸੁਪਰੀਮ ਕੋਰਟ ਨੇ ਛੱਡੇ, ਫਿਰ ਅਲਟੀਮੇਟਲੀ ਗਵਰਨਰ ਜੋ ਕਿ ਸੈਂਟਰ ਦਾ ਇੱਕ ਪਿਆਦਾ ਹੁੰਦਾ ਸਟੇਟ ਦੇ ਵਿੱਚ ਬੈਠਿਆ ਹੋਇਆ ਮੋਹਰਾ, ਉਹਨੇ ਲਿਕਾ ਡਾਇਆ ਸੀ ਉਹਨਾਂ ਦੀ ਰਿਹਾਈ 'ਚ। ਉੱਥੇ ਦੇਖੋ ਤੁਸੀਂ ਕੈਬਨਿਟ ਨੇ ਤੇ ਵਿਧਾਨ ਸਭਾ ਨੇ, ਤਾਮਿਲਨਾਡੂ ਨੇ ਉਹਨਾਂ ਦੀ ਜਿਹੜੀ ਰਿਹਾਈ ਤੇ ਮੋਹਰ ਲਾਈ, ਤੇ ਉਸੇ ਲਾਈ ਹੋਈ ਮੋਹਰ ਨੂੰ ਸੁਪਰੀਮ ਕੋਰਟ ਨੇ ਯੈਸ ਕੀਤਾ, ਤੇ ਜਿਹੜੇ ਗਵਰਨਰ ਨੇ ਬਿਯੋਂਡ ਜੁਰਿਸਡਿਕਸ਼ਨ ਜਾ ਕੇ ਸਿਫਾਰਿਸ਼ ਕਰਤੀ ਸੀ, ਉਹਨਾਂ ਨੂੰ ਅੱਗੇ ਰੈਫਰੈਂਸ ਬਣਾਤਾ ਸੀ ਸੈਂਟਰ ਗਵਰਨਮੈਂਟ ਨੂੰ, ਉਹਨਾਂ ਨੇ ਕਿਹਾ ਵੀ ਨਹੀਂ ਗਵਰਨਰ ਕੋਈ ਪਾਵਰ ਨਹੀਂ, ਜੋ ਕੈਬਨਿਟ ਨੇ ਪਾਸ ਕੀਤਾ ਬਿਲਕੁਲ ਸਹੀ ਆ, ਰਿਹਾਈ ਇਹਨਾਂ ਦੀ ਹੋਣੀ ਚਾਹੀਦੀ ਹੈ। ਸੋ ਇਹੋ ਜਿਹਾ ਦੱਸ ਦਿਓ ਪੰਜਾਬ ਦੇ ਵਿੱਚ ਕਿਸੇ ਵਿਧਾਨ ਸਭਾ 'ਚ ਕਿਸੇ ਕੈਬਨਿਟ ਦੇ ਵਿੱਚ ਰਹਿੰਦੀ 10 ਸਾਲ ਅਕਾਲੀ ਸਰਕਾਰ ਨੇ ਜਾਂ ਬਾਅਦ ਕੈਪਟਨ ਨੇ ਜਾਂ ਚੰਨੀ ਨੇ ਜਾਂ ਹੁਣ ਤੱਕ ਭੰਤੇ ਨੇ ਇਹ ਕਿਸੇ ਨੇ ਕੋਈ ਕੰਮ ਕੀਤਾ ਹੋਵੇ। ਸੋ ਇਹ ਸਾਰੇ ਬਿਊਰੋਕਰੇਸੀ ਦੇ ਖਾਸ ਤੌਰ 'ਤੇ ਪੰਜਾਬ ਦੇ ਵਿੱਚ ਪੁਲਿਸ ਦੇ ਹੱਥੇ ਝੜੇ ਹੋਈਆਂ ਸਰਕਾਰਾਂ ਨੇ, ਉਹ ਸਮੇਧ ਸੈਣੀ ਚਲਾਈ ਜਾਂਦਾ ਸੀ, ਕਿਸੇ ਨੂੰ ਦਿਨਕਰ ਗੁਪਤਾ ਚਲਾਈ ਜਾਂਦਾ ਸੀ, ਕਿਸੇ ਨੂੰ ਹੁਣ ਕੋਈ ਹੋਰ ਚਲਾਈ ਜਾਂਦਾ। ਸੋ ਅਫਸਰਸ਼ਾਹੀ ਜਿਹੜੀ ਆ ਉਹ ਭਾਰੂ ਆ, ਪੁਲਿਸ ਅਫਸਰ ਭਾਰੂ ਆ, ਉਹ ਨਹੀਂ ਚਾਹੁੰਦੇ ਵੀ ਜਿਹੜੇ ਖਾੜਕੂ ਸੰਘਰਸ਼ ਜਿਨ੍ਹਾਂ ਦੇ ਨਾਲ ਸਿੱਧੀ ਟੱਕਰ ਰਹੀ ਆ ਉਹ ਰਿਹਾਅ ਹੋ ਕੇ ਸਾਡੇ ਸਾਹਮਣੇ ਵਿਚਰਨ। ਉਹਨਾਂ ਦੇ ਦਬਾਅ ਕਰਕੇ ਸੁਖਬੀਰ ਬਾਦਲ ਨੇ ਨਹੀਂ ਰਿਹਾਈ ਕੀਤੀ, ਉਹਨਾਂ ਦੇ ਦਬਾਅ ਕਰਕੇ ਕੈਪਟਨ ਨੇ ਨਹੀਂ ਕੀਤੀ, ਉਹਨਾਂ ਦੇ ਦਬਾਅ ਕਰਕੇ ਜਿਹੜਾ ਭਗਵੰਤ ਮਾਨ ਜਾਂ ਸੈਂਟਰ ਦੇ ਜਿਹੜਾ ਐਡਮਿਨਿਸਟ੍ਰੇਸ਼ਨ ਹੈਗਾ ਉਹਦੇ 'ਚ ਇਹ ਨਹੀਂ ਹੋਣ ਦੇ ਰਹੇ। ਇੱਕ ਦੂਜੇ ਦੇ ਥਾਂ ਕਿਤੇ ਪੰਜਾਬ ਸਰਕਾਰ ਹੁਣ ਭੁੱਲਰ ਸਾਹਿਬ ਦੀ ਰਿਹਾਈ ਪੰਜਾਬ ਸਰਕਾਰ ਨੇ ਰਿਕਮੈਂਡ ਕਰਤੀ ਤੇ ਕੇਜਰੀਵਾਲ ਦਿੱਲੀ ਦੀ ਸਰਕਾਰ ਕਰ ਨਹੀਂ ਰਹੀ। ਹੁਣ ਇਹਨੇ ਕਹਿਣਾ ਦੇਖੋ ਜੀ ਅਸੀਂ ਤਾਂ ਕਰਤੀ, ਜੇ ਤੂੰ ਕਰਨਾ ਚਾਹੁੰਦਾ ਤੇ ਫਿਰ ਗੁਰਮੀਤ ਸਿੰਘ ਦੀ DC ਨੇ ਕਿਵੇਂ ਰਿਜੈਕਟ ਕਰ ਦਿੱਤੀ। ਤੇ ਸੋ ਜੇ ਤੇਰੀ ਸਹਿਮਤੀ ਆ ਤੇ ਫਿਰ ਕੇਜਰੀਵਾਲ ਨੂੰ ਕਹਿ ਵੀ ਸਾਡਾ ਕੈਦੀ ਆ, ਸਾਡੇ ਹੀ ਰਹਿਣਾ, ਉਹਨੇ ਤਾਂ ਦਿੱਲੀ ਰਹਿਣਾ ਹੀ ਨਹੀਂ, ਭੁੱਲਰ ਸਾਹਿਬ ਨੇ ਅੰਮ੍ਰਿਤਸਰ ਰਹਿਣਾ, ਤੇ ਅੰਮ੍ਰਿਤਸਰ ਦੀ ਪਲੋਲ ਕਰ ਲਿਆ ਵੀ ਕੇਜਰੀਵਾਲ ਸਾਹਿਬ ਕਰੋ ਇਹ, ਸਾਡਾ ਤਾਂ ਮਸਲਾ ਹੱਲ ਹੋਊਗਾ, ਸਾਡੇ ਲੋਕਾਂ ਨੂੰ ਜਿਹੜੇ ਇੰਨੇ ਰੋਸ ਹੈਗਾ ਉਹਨਾਂ ਦਾ ਸ਼ਾਂਤ ਹੋਊਗਾ। ਪਰ ਉਹ ਹੋ ਸਕਦਾ ਉਹ ਵੀ ਲਾਗੇ ਦੇਖਦੇ ਹੋਣ ਵੀ 24 ਦੇ ਵਿੱਚ ਅਸੀਂ ਵੀ ਲੜਨਾ ਹੈਗਾ, ਅਸੀਂ ਕਹਿਣਾਂਗੇ ਦੇਖੋ ਜੀ ਕੇਜਰੀਵਾਲ ਨੇ ਛੱਡਿਆ ਹੈਗਾ। ਸੋ ਇਹ ਸਾਰੀ ਜਿਹੜੀ ਵੋਟ ਰਾਜਨੀਤੀ ਦੇ ਤਹਿਤ ਹੀ ਫੈਸਲੇ ਹੋਣੇ ਆ, ਇੱਕ ਦੂਜੇ ਤੇ ਇਲਜ਼ਾਮਬਾਜ਼ੀ ਚੱਲਦੀ ਆ ਤੇ ਦੂਜੇ ਪਾਸੇ ਜਿਹੜੀ ਹੈਗੀ ਆ ਉਹ ਕ੍ਰੈਡਿਟ ਦੀ ਜਿਹੜੀ ਆ ਗੇਮ ਵੀ ਹੈਗੀ ਆ, ਸਰਕਾਰਾਂ ਦੇ ਵਿੱਚ, ਪਾਰਟੀਆਂ ਦੇ ਵਿੱਚ ਵੀ ਤੇ ਸਿੱਖਾਂ ਦੇ ਵਿੱਚ ਵੀ। ਅੱਛਾ, ਇੱਕ ਮੇਰਾ ਆਖਰੀ ਸਵਾਲ ਜੀ, ਵੀ ਕੀ ਇੱਦਾਂ ਦੀ ਕੋਈ ਸੰਭਾਵਨਾ ਹੈਗੀ ਹੈ ਕਿ ਜਿਹੜਾ ਵਿਧਾਨ ਸਭਾ ਦੇ ਵਿੱਚ ਮੰਨ ਲਓ ਕਿ ਮਤਾ ਪਾਸ ਹੋ ਜਾਵੇ ਕਿਸੇ ਤਰ੍ਹਾਂ ਦਾ, ਉਹਦੇ ਨਾਲ ਜਿਹੜੇ ਖਾਸ ਕਰਕੇ ਪੰਜਾਬ ਦੇ ਨੇ ਕਿਸੇ ਵੀ ਰਾਜ ਦੇ ਵਿੱਚ ਜਿਹੜੇ ਹੈਗੇ ਨੇ ਉਹ ਉੱਥੋਂ ਦੀਆਂ ਰਾਜਾਂ 'ਤੇ ਨਿਰਭਰ ਕਰਦਾ, ਪੰਜਾਬ ਵਾਲੇ ਜਿਹੜੇ ਨੇ ਜੇਕਰ ਪੰਜਾਬ ਸਰਕਾਰ ਨਹੀਂ ਲੈ ਕੇ ਆਉਂਦੀ, ਕੋਈ ਪ੍ਰਾਈਵੇਟ ਮੈਂਬਰ ਜੇਕਰ ਬਿੱਲ ਲਿਆਉਂਦਾ ਆ, ਤਾਂ ਪੰਜਾਬ ਵਿਧਾਨ ਸਭਾ ਦੇ ਵਿੱਚ ਕੋਈ ਬਿੱਲ ਪੇਸ਼ ਹੋਣ 'ਤੇ ਜਾਂ ਬਿੱਲ ਪਾਸ ਹੋਣ 'ਤੇ ਰਿਹਾਈ ਸੰਭਵ ਹੋ ਸਕਦੀ ਜਿਹੜੇ ਪੰਜਾਬ 'ਚ ਹੈਗੇ ਨੇ ਘੱਟੋ ਜਿਹੜੇ ਦੇਖੋ ਜਿਨ੍ਹਾਂ ਨੇ ਰਹਿਣਾ ਪੰਜਾਬ 'ਚ ਆ, ਜਿਵੇਂ ਭੁੱਲਰ ਸਾਹਿਬ ਨੇ ਅੰਮ੍ਰਿਤਸਰ ਰਹਿਣਾ, ਜਾਂ ਉਹਨਾਂ ਦਾ ਦਿਆਲਪੁਰਾ ਬਠਿੰਡਾ ਪਿੰਡ ਹੈਗਾ,
ਬਠਿੰਡਾ ਜ਼ਿਲ੍ਹਾ ਪੈਂਦਾ। ਉਹਨਾਂ ਦੀ ਰਿਪੋਰਟ ਤਾਂ ਡੀਐਮ ਨੇ ਤੇ ਐਸਐਸਪੀ ਨੇ ਜੇ ਸਹੀ ਕਰਤੀ ਰਿਹਾਈ ਹੋ ਜਾਣੀ। ਗੁਰਮੀਤ ਸਿੰਘ ਦੀ ਜਿਵੇਂ ਡੀਸੀ ਨੇ ਗਲਤ ਕਰਤੀ, ਜੇ ਉਹ ਸਹੀ ਕਰ ਦਿੰਦੀ ਹੋ ਸਕਦਾ ਗੁਰਮੀਤ ਸਿੰਘ ਹੁਣ ਤੱਕ ਰਿਹਾ ਹੁੰਦੇ। ਸੋ ਸ਼ਮਸ਼ੇਰ ਸਿੰਘ ਦੀ ਵੀ ਡੀਸੀ ਪਟਿਆਲਾ ਨੇ ਕਰਨੀ ਹੈ, ਲਖਵਿੰਦਰ ਸਿੰਘ ਦੀ ਡੀਸੀ ਆਪਣੇ ਲੁਧਿਆਣਾ ਨੇ ਕਰਨੀ ਹੈ ਕਿਉਂਕਿ ਇੱਥੇ ਛੁੱਟੀ ਕੱਟਦੇ ਉਹ। ਭਾਈ ਜਗਤਾਰ ਸਿੰਘ ਵਾਲੀ ਫਤਿਹਗੜ੍ਹ ਸਾਹਿਬ ਵਾਲਿਆਂ ਨੇ ਕਰਨੀ ਹੈ, ਉਦੋਂ ਉੱਪਰ ਕਰਨੀ ਹੈ ਭਾਈ ਭਿਓਰੇ ਦੀ ਤੇ ਭਾਈ ਤਾਰੇ ਦੀ। ਸੋ ਭਾਈ ਰਾਜੋ ਵਾਲੇ ਦੀ ਜਿਹੜੀ ਆ ਉਹਨਾਂ ਦੀ ਜੇ ਪਿੰਡ ਲੁਧਿਆਣੇ ਪੈਂਦਾ ਉਹਨਾਂ ਦੀ ਲੁਧਿਆਣੇ ਕਰਨੀ। ਸੋ ਵਿਧਾਨ ਸਭਾ ਦੀ ਤਾਂ ਪਹਿਲਾਂ ਗੱਲਾਂ ਸੀਗੀਆਂ, ਹੁਣ ਤਾਂ ਆਲਰੇਡੀ ਜੇ ਡੀਸੀਓ ਕਰ ਦੇਵੇ ਕਿਉਂਕਿ ਉਹਨਾਂ ਦੀ ਐਲੀਜੀਬਿਲਟੀ ਬਣ ਗਈ ਹੋਈ ਹੈ, ਡੀਸੀਓ ਕਰਦੇ ਤੇ ਫਿਰ ਠੀਕ ਆ। ਹਾਂ ਭਾਈ ਰਾਜੋ ਵਾਲੇ ਦੀ ਜਿਹੜੀ ਆ ਉਹ ਫਾਂਸੀ ਸੈਂਟਰ ਗਵਰਨਮੈਂਟ ਨੇ ਤੋੜਨੀ ਹੈ, ਟੁੱਟ ਜੂਗੀ ਫਿਰ ਉਹਨਾਂ ਦੀ ਰਿਹਾਈ ਜਿਹੜੀ ਆ ਉਹ ਲੋਕਲ ਜਿਹੜਾ ਯੂਟੀ ਐਡਮਿਨਿਸਟ੍ਰੇਸ਼ਨ ਦਾ। ਯੂਟੀ ਐਡਮਿਨਿਸਟ੍ਰੇਸ਼ਨ ਨੇ ਜਾਂ ਦਿੱਲੀ ਸਰਕਾਰ ਨੇ ਜਾਂ ਕਰਨਾਟਕ ਸਰਕਾਰ ਨੇ ਡਿਪੈਂਡ ਕਰਨਾ ਔਨ ਰਿਪੋਰਟ ਆਫ ਜਿਹੜਾ ਕੰਸਰਨ ਜਿਹੜਾ ਡੀਐਮ ਹੈਗਾ, ਤੇ ਡੀਐਮ ਨੇ ਇੰਟੈਲੀਜੈਂਸ ਜਾਂ ਐਸਐਸਪੀ ਦੀ ਜਾਂ ਕਮਿਸ਼ਨਰ ਪੁਲਿਸ ਦੀ ਰਿਪੋਰਟ ਤੇ ਡਿਪੈਂਡ ਕਰਨਾ। ਸੋ ਬੇਸ ਤਾਂ ਥੱਲੇ ਸ਼ੁਰੂ ਹੋਣਾ। ਵਿਧਾਨ ਸਭਾ ਦੇ ਵਿੱਚ ਅੱਜ ਕਰ ਲਓ, ਵਿਧਾਨ ਸਭਾ ਦੇ ਵਿੱਚ ਇੰਨਾ ਗੱਲ ਕਰ ਲਓ, ਡੀਐਮ ਨੂੰ ਪਟਿਆਲੇ ਨੂੰ ਕਹਿ ਲਓ ਤੇ 3 ਬੰਦਿਆਂ ਦਾ ਮਸਲਾ ਡੀਐਮ ਪਟਿਆਲੇ ਨੇ ਹੱਲ ਕਰ ਦੇਣਾ। ਸੋ ਇਹ ਜਿਹੜੀ ਆ ਗੱਲ ਕਰਨ ਵਾਲੀ ਹੈਗੀ, ਪ੍ਰੈਕਟੀਕਲ ਇਹੀ ਆ। ਹਾਂ ਵਿਧਾਨ ਸਭਾ ਦੇ ਵਿੱਚ ਕਰ ਦੇਵੇ ਕੋਈ, ਉਹਦਾ ਤਾਂ ਫਿਰ ਫਰਕ ਤਾਂ ਪੈਂਦਾ ਹੀ ਹੈ। ਇੱਕ ਲੋਕਾਂ ਦੀ ਚੁਣੀ ਹੋਈ 2.5-3 ਕਰੋੜ ਲੋਕਾਂ ਦਾ ਨੁਮਾਇੰਦੇ ਬੈਠੇ ਉੱਤੇ 117, ਜੇ ਉਹ 'ਚ ਬਹੁ ਸੰਮਤੀ ਦੇ ਨਾਲ ਕੋਈ ਮਤਾ ਪਾਸ ਹੁੰਦਾ ਤੇ ਉਹਦੀ ਵੈਲਿਊ ਤਾਂ ਹੈਗੀ ਹੈ। ਹਾਂਜੀ, ਤਾਂ ਬਹੁਤ ਸਾਰੇ ਕੈਦੀਆਂ ਦੀ ਰਿਹਾਈ ਜਿਹੜੀ ਆ ਉਹ ਜਿਹੜੀ ਅਫਸਰਸ਼ਾਹੀ ਆ ਉਹਦੇ ਤੱਕ ਹੀ ਪਈ ਹੈ। ਸਰਕਾਰ ਦੀ ਘੱਟੋ ਘੱਟ ਜ਼ਿੰਮੇਵਾਰੀ ਬਣਦੀ ਹੈ, ਬਜਾਏ ਕਿ ਬਿਆਨ ਦੇਣ ਦੇ ਕੇਵਲ ਤੇ ਚੋਣ ਸ਼ਗੂਫੇ ਛੱਡਣ ਦੇ, ਇਹਨਾਂ ਡੀਸੀਆਂ ਨੂੰ ਜਵਾਬ ਤਲਬ ਕੀਤਾ ਜਾਵੇ ਤੇ ਇਹਨਾਂ ਨੂੰ ਇਹ ਪੁੱਛਿਆ ਜਾਵੇ ਕਿ ਕਿਉਂ ਨਹੀਂ ਛੱਡਿਆ ਜਾ ਰਿਹਾ। ਨਾਲ ਦੀ ਨਾਲ ਲੋਕਾਂ ਨੂੰ ਪ੍ਰੈਸ਼ਰਾਈਜ਼ ਕਰਨ ਦੀ ਲੋੜ ਹੈ, ਸਰਕਾਰ ਨੂੰ, ਸਿੱਖਾਂ ਨੂੰ, ਸਰਕਾਰ ਨੂੰ ਪ੍ਰੈਸ਼ਰਾਈਜ਼ ਕਰਨ ਦੀ ਲੋੜ ਹੈ। ਜਿਸ ਤਰ੍ਹਾਂ ਕਿਸਾਨ ਮੋਰਚੇ ਦੇ ਦੌਰਾਨ ਆ, ਉਸ ਤੋਂ ਬਾਅਦ ਜਿਵੇਂ ਜੀਰਾ ਸਾਂਝਾ ਮੋਰਚਾ ਲੱਗਿਆ ਹੋਇਆ, ਆਏ ਹੋਏ ਜਿਹੜੇ ਲੋਕ ਨੁਮਾਇੰਦੇ ਨੇ, ਜਿਹੜੇ ਰਾਜਨੀਤਿਕ ਨੁਮਾਇੰਦੇ ਨੇ, ਉਹਨਾਂ ਨੂੰ ਜਵਾਬ ਤਲਬੀ ਕਰੀ ਜਾਂਦੀ, ਉਹਨਾਂ ਤੋਂ ਜਵਾਬ ਤਲਬੀ ਕਰੀ ਜਾਂਦੀ ਹੈ। ਉਸੇ ਤਰੀਕੇ ਦੇ ਨਾਲ ਹਰ ਪਿੰਡ ਦੇ ਵਿੱਚ ਜੇਕਰ ਸਾਰੇ ਸਿਆਸੀ ਆਗੂ, ਚਾਹੇ ਉਹ ਕਿਸੇ ਵੀ ਪਾਰਟੀ ਦੇ ਨਾਲ ਸੰਬੰਧਿਤ ਹੋਣ, ਚਾਹੇ ਉਹ ਅਕਾਲੀ ਦਲ ਦੇ ਨੇ, ਚਾਹੇ ਕਾਂਗਰਸ ਦੇ ਨੇ, ਚਾਹੇ ਬਸਪਾ ਦੇ ਨੇ, ਚਾਹੇ ਆਮ ਆਦਮੀ ਦੇ ਨੇ, ਉਹਨਾਂ ਤੋਂ ਜਵਾਬਦੇਹੀ ਕਰੀ ਜਾਵੇ, ਤਾਂ ਜੋ ਕਿਸੇ ਤਰ੍ਹਾਂ ਦਾ ਰਾਜਨੀਤਿਕ ਪ੍ਰੈਸ਼ਰ ਜਿਹੜਾ ਹੈ ਉਹ ਇਹਨਾਂ ਸਾਰੀਆਂ ਪਾਰਟੀਆਂ ਦੇ ਉੱਪਰ ਬਣੇ, ਚਾਹੇ ਕੇਂਦਰ ਹੈ ਚਾਹੇ ਪੰਜਾਬ, ਜਿਹਦੇ ਨਾਲ ਕਿਸੇ ਤਰ੍ਹਾਂ ਦੇ ਨਾਲ ਜਿਹੜੇ ਬੰਦੀ ਸਿੰਘ ਨੇ, ਜਿਨ੍ਹਾਂ ਨੇ ਪੰਜਾਬ ਦੇ ਲਈ ਲੰਮਾ ਸਮਾਂ ਜੇਲ੍ਹਾਂ ਕੱਟੀਆਂ, ਜਿਨ੍ਹਾਂ ਨੇ ਸਿੱਖੀ ਦੇ ਲਈ ਲੰਮਾ ਸਮਾਂ ਜੇਲ੍ਹਾਂ ਕੱਟੀਆਂ, ਉਹਨਾਂ ਨੂੰ ਵਾਪਸ ਉਹਨਾਂ ਦੇ ਘਰਾਂ ਦੇ ਵਿੱਚ ਲਿਆ ਸਕੀਏ। ਬਹੁਤ ਧੰਨਵਾਦ ਮਨਪੁਰ ਸਾਹਿਬ। ਆਉਣ ਵਾਲੇ ਸਮੇਂ ਦੇ ਵਿੱਚ ਕੋਸ਼ਿਸ਼ ਕਰਾਂਗੇ ਹੋਰ ਵਿਸ਼ਿਆਂ 'ਤੇ, ਖਾਸ ਕਰਕੇ ਬੰਦੀ ਸਿੰਘਾਂ ਦੇ ਨਾਲ ਸੰਬੰਧਿਤ ਜਿਹੜੇ ਨੇ ਆਪਾਂ ਗੱਲਬਾਤ ਕਰਦੇ ਰਹਾਂਗੇ। ਤੁਸੀਂ ਸਮਾਂ ਦਿੱਤਾ, ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।